ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਫਰਾਈਡੇ ਦੀ ਸ਼ਾਮ ਹੈ ਤੇ ਮੰਡੇ ਟੂ ਫਰਾਈਡੇ ਸ਼ਾਮ ਦੇ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਤੁਹਾਡੇ ਨਾਲ ਹਰ ਰੋਜ਼ ਸਾਂਝ ਪਾਉਂਦੇ ਹਾਂ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ। ਲੇਕਿਨ ਫਰਾਈਡੇ ਦੀ ਸ਼ਾਮ ਅਸੀਂ ਰਾਖਵੀ ਰੱਖੀਏ ਗੁਰਬਾਣੀ ਵਿਚਾਰ ਲਈ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਤੇ ਗੁਰਬਾਣੀ ਇਸ ਜਗ ਮਹਿ ਚਾਨਣ। ਤਾਂ ਇਹ ਨਾਰਾ ਜੋ ਹੈ ਕਿ ਕੀ ਗੁਰਬਾਣੀ ਸੋ ਹਦਾਇਤ ਕਰਦੀ ਹੈ ਸਾਨੂੰ, ਉਸ ਨੂੰ ਮੁੱਖ ਰੱਖ ਕੇ ਅਸੀਂ ਰਾਮ ਸਿੰਘ ਚੇਲਾ ਜੀ ਨੂੰ, ਜਿਹੜੇ ਕਿ ਰਜਾਈਨਾ ਵਿੱਚ ਸਥਿਤ ਹਨ, ਉਹਨਾਂ ਨੂੰ ਲੈ ਕੇ ਹਾਜ਼ਰ ਹੋਇਆ ਕਰਦੇ ਹਾਂ। ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ, ਪਹਿਲਾਂ ਟੈਲੀਵਿਜ਼ਨ ਦੇ ਉੱਤੇ ਤੇ ਹੁਣ ਕੋਵਿਡ-19 ਦੇ ਕਾਰਨ ਹਰ ਫਰਾਈਡੇ ਦੀ ਸ਼ਾਮ ਨੂੰ ਤੁਹਾਡੇ ਨਾਲ ਅਸੀਂ ਲਾਈਵ ਆਉਂਦੇ ਹਾਂ ਤੇ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਹਾਂ। ਇਹ ਇੱਕ ਬੜਾ ਇੰਪੋਰਟੈਂਟ ਟੌਪਿਕ ਹੈਗਾ ਜ਼ਿੰਦਗੀ ਦਾ ਕਿ ਜਿਸ ਵੀ ਧਰਮ ਵਿੱਚ ਸਾਡੀ ਆਸਥਾ ਹੁੰਦੀ ਹੈ, ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਰਹਿਬਰਾਂ ਨੇ ਸਾਨੂੰ ਕੀ ਹਦਾਇਤ ਕੀਤੀ ਹੈ ਤੇ ਕਿਵੇਂ ਅਸੀਂ ਜੀਵਨ ਆਪਣਾ ਜੋ ਹੈ ਜਿਉਣਾ ਹੈ। ਇਸੇ ਦੇ ਤਹਿਤ ਤੁਹਾਡੇ ਨਾਲ ਵੀ ਜੋ ਅਸੀਂ ਸੰਪਰਕ ਬਣਾਉਂਦੇ ਹਾਂ, ਉਸ ਦੇ ਤਹਿਤ ਤੁਹਾਡੇ ਵੱਲੋਂ ਜਿਹੜੇ ਸਵਾਲ ਆਉਂਦੇ ਨੇ ਉਸ ਨੂੰ ਮੁੱਖ ਰੱਖ ਕੇ ਅਸੀਂ ਅੱਗੇ ਗੱਲਬਾਤ ਵੀ ਤੋਰਿਆ ਕਰਦੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਅਸੀਂ ਪਿਛਲੇ ਹਫਤੇ ਜੋ ਗੱਲਬਾਤ ਕਰ ਰਹੇ ਸੀ ਤਾਂ ਸਾਡੇ ਇੱਕ ਵਿਊਅਰ ਨੁਸਰਤ ਹੁਸੈਨ ਸਾਹਿਬ ਨੇ ਇੱਕ ਸਵਾਲ ਪੁੱਛਿਆ ਸੀ ਕਿ ਗੁਰਬਾਣੀ ਅਨੁਸਾਰ ਲਾਈਫ ਆਫਟਰ ਡੈਥ ਕੀ ਹੈਗੀ ਹੈ। ਸੋ ਉਸ ਨੂੰ ਮੁੱਖ ਰੱਖ ਕੇ ਅੱਜ ਅਸੀਂ ਇਹ ਪੂਰਾ ਟੌਪਿਕ ਜੋ ਹੈ ਇਸ ਦੇ ਉੱਤੇ ਫੋਕਸ ਕਰਕੇ ਅਗਲਾ ਅੱਧਾ ਘੰਟਾ ਜੋ ਹੈ ਸਾਂਝ ਪਾਵਾਂਗੇ। ਤੁਹਾਨੂੰ ਵੀ ਸ਼ਾਮਿਲ ਕਰਦੇ ਹਾਂ। ਜੇਕਰ ਤੁਹਾਡੇ ਕੋਲ ਵੀ ਕੋਈ ਸਵਾਲ ਹੋਏ ਤਾਂ ਜੀ ਆਇਆਂ ਨੂੰ ਜ਼ਰੂਰ ਸਾਡੇ ਨਾਲ ਸੰਪਰਕ ਕਰਨਾ। ਸੋ ਆਓ ਔਨ ਏਅਰ ਲੈ ਕੇ ਆਉਂਦੇ ਹਾਂ ਰਾਮ ਸਿੰਘ ਚੇਲਾ ਜੀ ਨੂੰ ਤੇ ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ ਇਸ ਵਿਸ਼ੇ ਦੇ ਉੱਤੇ। ਭਾਈ ਸਾਹਿਬ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇੰਟਰੈਕਸ਼ਨ ਦਾ ਫਾਇਦਾ ਇਹ ਹੁੰਦਾ ਹੈ ਕਿ ਇੱਕ ਦੂਸਰੇ ਤੋਂ ਇਨਸਾਨ ਬਹੁਤ ਕੁਝ ਸਿੱਖ ਸਕਦਾ ਹੈ ਤੇ ਸਿੱਖੀ ਸਿੱਖਿਆ ਗੁਰ ਵਿਚਾਰ ਦਾ ਜੋ ਇਹ ਨਾਰਾ ਹੈਗਾ ਹੈ ਕਿ ਸਿੱਖਣਾ ਹੈ ਅਸੀਂ ਅਤੇ ਸਿੱਖ ਕੇ ਅਸੀਂ ਆਪਣੇ ਆਪ ਨੂੰ ਉੱਤੇ ਲੈ ਕੇ ਜਾਣਾ ਹੈ, ਯਾਨੀ ਕਿ ਮਾਨਸਿਕ ਤੌਰ ਦੇ ਉੱਤੇ ਅਸੀਂ ਆਪਣੀ ਸੋਚ ਨੂੰ ਬਿਹਤਰ ਬਣਾਉਣਾ ਹੈ। ਸੋ ਉਸ ਦੇ ਫਲਸਰੂਪ ਲਾਸਟ ਵੀਕ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ, ਕਿਉਂਕਿ ਇਹ ਲੜੀਵਾਰ ਜੋ ਹਰ ਹਫਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਦੇ ਹੋ, ਤਾਂ ਨੁਸਰਤ ਹੁਸੈਨ ਸਾਹਿਬ ਨੇ ਜਿਹੜਾ ਸਵਾਲ ਪੁੱਛਿਆ ਸੀ ਕਿ ਸਿੱਖਾਂ ਦੇ ਵਿੱਚ ਯਾਨੀ ਕਿ ਗੁਰਬਾਣੀ ਕੀ ਕਹਿੰਦੀ ਹੈ, ਮਰਨ ਤੋਂ ਬਾਅਦ ਦੇ ਬਾਰੇ ਕੀ ਕੁਝ ਲਿਖਿਆ ਗਿਆ ਹੈ। ਸੋ ਜਿਸ ਤਰ੍ਹਾਂ ਉਸ ਦਿਨ ਵੀ ਅਸੀਂ ਡਿਸਕਸ ਕੀਤਾ ਸੀ ਕਿ ਇਸੀ ਦੇ ਉੱਤੇ ਅੱਜ ਅਸੀਂ ਫੋਕਸ ਕਰਕੇ ਗੱਲਬਾਤ ਕਰਾਂਗੇ। ਸੋ ਭਾਈ ਸਾਹਿਬ ਸਾਨੂੰ ਲੈ ਕੇ ਚਲੋ ਇਸ ਯਾਤਰਾ ਦੇ ਉੱਤੇ ਜਿੱਥੇ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ, ਜਿੱਥੋਂ ਕਿ ਸਾਨੂੰ ਸਮਝ ਆ ਸਕੇ ਕਿ ਮੌਤ ਤੋਂ ਬਾਅਦ ਕੀ ਸਾਨੂੰ ਗੁਰਬਾਣੀ ਕਹਿ ਰਹੀ ਹੈ। ਹਾਂਜੀ ਵੀਰ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ ਸਾਡੇ ਦਰਸ਼ਕਾਂ ਦਾ। ਮੈਂ ਦੋ ਗੱਲਾਂ ਪਹਿਲਾਂ ਕਹਿ ਲਵਾਂ। ਨੰਬਰ 1 ਤਾਂ ਜਿਹੜੇ ਵੀ ਸ਼ਬਦ ਹੁੰਦੇ ਨੇ ਕਿਸੇ ਵੀ ਲੈਂਗੁਏਜ ਦੇ ਹੋਣ, ਉਹਦੀ ਜਿਹੜੀ ਰਮਜ਼ ਹੁੰਦੀ ਹੈ ਨਾ, ਉਹ ਰਮਜ਼ ਨੂੰ ਸਮਝਣ ਦੇ ਵੱਖ-ਵੱਖ ਤਰੀਕੇ ਹੁੰਦੇ ਨੇ, ਵੱਖ-ਵੱਖ ਐਂਗਲ ਹੁੰਦੇ ਨੇ ਤੇ ਜਿਹੜੀ ਰਮਜ਼ ਹੁੰਦੀ ਹੈ ਉਹਦੇ ਬਾਰੇ ਕਦੀ ਵੀ ਫਾਈਨਲ ਵਰਜ਼ਨ ਨਹੀਂ ਹੋ ਸਕਦਾ ਹੁੰਦਾ। ਇਸੇ ਤਰ੍ਹਾਂ ਪਾਵਨ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਕਨਸੈਪਟ ਐਸੇ ਨੇ ਜਿਨ੍ਹਾਂ ਨੂੰ ਅਸੀਂ ਅਗਾਧ ਬੋਧ ਸਮੁੰਦਰ ਕਹਿ ਸਕਦੇ ਹਾਂ ਤੇ ਗੁਰਬਾਣੀ ਦੀਆਂ ਰਮਜ਼ਾਂ ਜਿਹੜੀਆਂ ਨੇ ਉਹ ਕਿਸੇ ਨੂੰ ਇਸ ਐਂਗਲ ਨਾਲ ਇਤਨੀ ਕੁ ਸਮਝ ਆਉਂਦੀ, ਕਿਸੇ ਨੂੰ ਉਸ ਐਂਗਲ ਨਾਲ ਇਤਨੀ ਕੁ ਸਮਝ ਆਉਂਦੀ ਤੇ ਫਾਈਨਲ ਵਰਜ਼ਨ ਨਹੀਂ। ਆਪਾਂ ਬਹੁਤ ਵਾਰੀ ਕਿਹਾ ਸੀ, ਜੋ ਵੀ ਵਿਚਾਰਾਂ ਅੱਜ ਮੈਂ ਤੁਹਾਡੇ ਸਾਹਮਣੇ ਸਾਂਝੀਆਂ ਕਰਾਂਗਾ, ਪਲੀਜ਼ ਇਸ ਨੂੰ ਕਦੀ ਵੀ ਫਾਈਨਲ ਵਰਜ਼ਨ ਨਾ ਮੰਨਿਓ। ਨਾ ਮੇਰੀ ਮਤ ਕੰਪਲੀਟ ਹੈ, ਨਾ ਮੈਂ ਐਜ ਏ ਹਿਊਮਨ ਬੀਇੰਗ ਕੰਪਲੀਟ ਆ। ਆਪਾਂ ਸਾਰੇ ਭੁੱਲਣਹਾਰ ਹਾਂ, ਪਰ ਇਹ ਜ਼ਰੂਰ ਹੈ ਕਿ ਗੁਰਬਾਣੀ ਦੇ ਜਿਹੜੇ ਸੀਕ੍ਰੇਟਸ ਨੇ, ਮੈਂ ਇਸ ਸ਼ਬਦ ਜਿਹੜਾ ਕਨਸੈਪਟ ਹੈ ਨਾ, ਮਾਨਯੋਗ ਸਾਡੇ ਨੁਸਰਤ ਹੁਸੈਨ ਜੀ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਤਾਂ ਮਰਨ ਤੋਂ ਬਾਅਦ ਦੀ ਗੱਲ ਗੁਰਬਾਣੀ ਅੰਦਰ ਆਉਂਦੀ ਹੈ ਤੇ ਉੱਥੇ ਲਿਖਿਆ ਹੈ, ਭੇਤ ਚੇਤ ਹਰ ਕਿਸੈ ਨਾ ਮਿਲਿਓ, ਜਾਨ ਜਮ ਪਕੜ ਚਲਾਇਆ। ਜਦੋਂ ਇਸ ਸੰਸਾਰ ਤੋਂ ਚਲਿਆ ਜਾਂਦਾ ਨਾ ਤੇ ਪਿੱਛੇ ਉਹਦਾ ਭੇਤ ਕਿਸੇ ਨੂੰ ਨਹੀਂ ਮਿਲਦਾ। ਸਬਜੈਕਟ ਵਿਚਾਰਨ ਦੀ ਲੋੜ ਹੈ, ਜਨਮ ਮਰਨ ਕੀ ਹੈ ਗੁਰਬਾਣੀ ਅੰਦਰ। ਦੋ ਗੱਲਾਂ ਮੈਂ ਪਹਿਲਾਂ ਕਹਿ ਦੇਵਾਂ। ਇੱਕ ਪਾਸੇ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੁਕਮ, ਯਾਨੀ ਰੱਬ ਨੇ ਇੱਕ ਵਿਧਾਨ ਬਣਾ ਦਿੱਤਾ ਜਿਹੜਾ ਕੁਦਰਤ ਵਿੱਚ ਵਰਤਾਰੇ ਵਰਤ ਰਹੇ ਨੇ, ਉਸ ਨੂੰ ਹੁਕਮ ਵੀ ਕਿਹਾ, ਉਹਨੂੰ ਨਾਮ ਵੀ ਕਿਹਾ। ਨਾਮ ਕੇ ਧਾਰੇ ਸਗਲੇ ਜੰਤ, ਉਹਦੇ ਵਿੱਚੋਂ ਸਾਰਾ ਕੁਝ ਪੈਦਾ ਹੋ ਰਿਹਾ। ਇੱਕ ਪਾਸੇ ਤਾਂ ਗੁਰਬਾਣੀ ਅੰਦਰ ਲਿਖਿਆ ਹੈ ਕਿ ਹੁਕਮ ਨਾ ਕਹਿਆ ਜਾਈ, ਕੈਨੋਟ ਬੀ ਫੁਲੀ ਡਿਸਕ੍ਰਾਈਬਡ। ਦੂਸਰੇ ਪਾਸੇ ਉੱਥੇ ਲਿਖਿਆ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਹੁਣ ਇਹਦੇ ਵਿੱਚ ਇੱਕ ਰਮਜ਼ ਹੈ, ਜੇ ਡਿਸਕ੍ਰਾਈਬਡ ਹੀ ਨਹੀਂ ਹੋ ਸਕਦਾ ਪਰ ਬੁੱਝਣ ਲਈ ਸਮਝਣ ਲਈ ਯਤਨ ਕਰਦੇ ਨੇ। ਇੱਕ ਇਹ ਚੀਜ਼। ਦੂਸਰੀ ਬਾਤ, ਜਦੋਂ ਰੱਬ ਬਾਰੇ ਕਿਹਾ ਗਿਆ ਤਾਂ ਕਿਹਾ ਗਿਆ ਉਹ ਅਲੱਖ ਹੈ, ਅਗੰਮ ਹੈ,
ਅਦ੍ਰਿਸ਼ਟ ਹੈ, ਅਗੋਚਰ ਹੈ, ਜਾਨੀ ਦੇਖਿਆ ਹੀ ਨਹੀਂ ਜਾ ਸਕਦਾ, ਸਮਝਿਆ ਹੀ ਨਹੀਂ ਜਾ ਸਕਦਾ, ਬੁੱਝਿਆ ਹੀ ਨਹੀਂ ਜਾ ਸਕਦਾ। ਦੂਸਰੇ ਪਾਸੇ ਲਿਖਿਆ ਹੈ ਕਿ ਗੁਰਮੁਖ ਦੇਖਿਆ ਆਖੀਂ, ਗੁਰਮੁਖਾਂ ਨੇ ਅੱਖਾਂ ਨਾਲ ਦੇਖਿਆ। ਇਹਦਾ ਮਤਲਬ ਇਹਦੇ ਵਿਚਕਾਰ ਹੈ ਸਮਝਣ ਦਾ ਵਿਸ਼ਾ। ਜੀ ਹੁਣ ਜਦੋਂ ਜਨਮ ਤੇ ਮਰਨ ਦੀ ਗੱਲ ਆਉਂਦੀ ਹੈ, ਅਸੀਂ ਇਸ ਸਰੀਰ ਦੇ ਜਨਮ ਮਰਨ ਨੂੰ ਸਾਹਮਣੇ ਰੱਖ ਕੇ ਡਿਸਕਸ ਕਰਨਾ ਚਾਹੁੰਦੇ ਹਾਂ। ਜਿਹੜੀ ਤਾਂ ਸਰੀਰ ਦੀ ਜਨਮ ਮਰਨ ਹੈ, ਉਹ ਤਾਂ ਇੱਕ ਵਾਰੀ ਜਨਮ ਹੁੰਦਾ ਹੈ ਤੇ ਦੂਸਰੀ ਵਾਰ ਮਰਨ ਹੁੰਦਾ ਹੈ। ਜਦੋਂ ਜਨਮ ਹੁੰਦਾ ਹੈ ਉਸ ਵੇਲੇ ਸਾਡੇ ਵੱਸ ਵਿੱਚ ਕੁਝ ਵੀ ਨਹੀਂ ਕਿ ਅਸੀਂ ਪਿਕ ਕਰ ਸਕੀਏ, ਚੂਜ਼ ਕਰ ਸਕੀਏ ਕਿ ਆਹ ਕੰਟਰੀ ਚਾਹੀਦੀ ਹੈ, ਫੈਮਿਲੀ ਚਾਹੀਦੀ ਹੈ, ਐਸੀ ਮਾਂ ਚਾਹੀਦੀ ਹੈ, ਐਸੀ ਭਰਾ ਚਾਹੀਦੇ ਨੇ, ਕੋਈ ਸਾਡੇ ਹੱਥ ਵੱਸ ਨਹੀਂ। ਇਸੇ ਤਰ੍ਹਾਂ ਮਰਨ ਵੇਲੇ ਵੀ, ਇਸ ਸਰੀਰ ਦੇ ਮਰਨ ਵੇਲੇ ਸਾਡੇ ਹੱਥ ਵੱਸ ਕੁਝ ਵੀ ਨਹੀਂ। ਕਿੱਥੇ ਮੌਤ ਹੋਣੀ ਹੈ, ਕਦੋਂ ਹੋਣੀ ਹੈ, ਕਿਵੇਂ ਹੋਣੀ ਹੈ, ਸਾਡੇ ਵੱਸ ਵਿੱਚ ਨਹੀਂ। ਪਰ ਇਸ ਜਨਮ ਤੇ ਮਰਨ ਦੇ ਵਿਚਕਾਰ ਦਾ ਜੋ ਸਮਾਂ ਹੈ, ਉਹ 60 ਸਾਲ ਵੀ ਹੋ ਸਕਦੇ ਨੇ, 70-80 ਸਾਲ ਵੀ ਹੋ ਸਕਦੇ ਨੇ, ਉਹ 40 ਸਾਲ ਵੀ ਰਹਿ ਸਕਦੇ ਨੇ, 10 ਸਾਲ ਵੀ ਹੋ ਸਕਦੇ ਨੇ। ਹੋ ਸਕਦਾ ਜਨਮ ਵੇਲੇ ਹੀ ਮੌਤ ਹੋ ਜਾਵੇ। ਪਰ ਵਿਚਕਾਰ ਜਿਹੜਾ ਸਮਾਂ ਹੈ ਨਾ, ਉਹਨੂੰ ਕਹਿੰਦੇ ਆ ਜੀਵਨ। ਉਸ ਜੀਵਨ ਵਿੱਚ ਜੋ ਵਰਤਾਰੇ ਵਰਤਦੇ ਨੇ, ਪੋਜ਼ਿਟਿਵ ਨੈਗੇਟਿਵ, ਉਹ ਗੁਰਬਾਣੀ ਅੰਦਰ ਸਮਝਾਏ ਗਏ ਨੇ। ਇਸ ਜੀਵਨ ਦੌਰਾਨ ਵੀ ਜਨਮ ਮਰਨ ਹੁੰਦਾ ਏ। ਮੈਂ ਕਹਾਂਗਾ ਜਨਮ ਤੋਂ ਲੈ ਕੇ ਮੌਤ ਤੱਕ ਵਿਚਕਾਰਲਾ ਸਮਾਂ ਜੋ ਜੀਵਨ ਦਾ ਨਾ, ਉਸ ਵਿੱਚ ਬਹੁਤ ਕੁਝ ਜਨਮ ਮਰਨ ਹੋ ਰਿਹਾ, ਜਿਹਨੂੰ ਸਮਝਣਾ ਹੈ। ਉਸ ਜਨਮ ਮਰਨ ਦਾ ਦੁੱਖ ਅਸੀਂ ਐਸੇ ਜ਼ਿੰਦਗੀ 'ਚ ਭੁਗਤ ਰਹੇ ਹਾਂ। ਇਸ ਨੂੰ ਸਮਝਣ ਵਾਸਤੇ ਇੱਕ ਐਗਜ਼ਾਮਪਲ ਸਾਹਮਣੇ ਰੱਖੀਏ। ਇੱਕ ਹੁੰਦੀ ਹੈ ਪਾਵਰ, ਐਨਰਜੀ, ਜੋਤ। ਇੱਕ ਹੁੰਦਾ ਹੈ ਉਹਦੇ ਦੁਆਲੇ ਸਿਰਜਿਆ ਗਿਆ ਰੂਪ, ਸਰੂਪ, ਜਿਹਨੂੰ ਆਪਾਂ ਸ਼ਬਦ ਵਰਤੇ ਜੋਤ ਤੇ ਸਰੂਪ। ਹੁਣ ਦੇਖੋ ਬੀਜ ਹੈ, ਬੀਜ ਦੇ ਅੰਦਰ ਪਾਵਰ ਹੈ, ਉਹ ਐਨਰਜੀ ਹੈ, ਉਹ ਸ਼ਕਤੀ ਹੈ। ਉਹਦੇ ਦੁਆਲੇ ਸਿਰਜਿਆ ਹੋਇਆ ਰੂਪ ਬੀਜ ਹੈ। ਜਦੋਂ ਉਸ ਬੀਜ ਨੂੰ ਧਰਤੀ ਦੇ ਵਿੱਚ ਅਸੀਂ ਰੱਖ ਦਿੱਤਾ, ਕਿਸਾਨ ਨੇ ਉੱਪਰੋਂ ਢੱਕ ਦਿੱਤਾ, ਧਰਤੀ ਦੇ ਵਿੱਚ ਉੱਪਰੋਂ ਥੋੜਾ ਪਾਣੀ ਪਾਇਆ, ਤੇ ਪਾਣੀ ਤੇ ਧਰਤੀ ਦੀ ਪ੍ਰਕਿਰਿਆ ਦੇ ਨਾਲ ਸਭ ਤੋਂ ਪਹਿਲਾਂ ਉਹਦੇ ਰੂਪ ਦੀ ਮੌਤ ਹੁੰਦੀ ਹੈ। ਉਸ ਬੀਜ ਦੇ ਰੂਪ ਦੀ ਮੌਤ ਹੁੰਦੀ ਹੈ, ਪਰ ਜੋਤ ਦੀ ਨਹੀਂ। ਉਸ ਜੋਤ ਵਿੱਚੋਂ ਕੀ ਹੁੰਦਾ ਹੈ? ਨਵਾਂ ਜਨਮ ਹੁੰਦਾ ਹੈ ਟਾਹਣੀਆਂ ਦਾ, ਜਿਹਨੂੰ ਕੁਰੰਬਲਾਂ ਕਹਿੰਦੇ ਆ। ਕੁਰੰਬਲਾਂ ਬੜੀਆਂ ਸੌਫਟ ਨੇ, ਕੱਚੀਆਂ ਨੇ। ਹੁਣ ਅੱਗੇ ਜਾ ਕੇ ਤੁਸੀਂ ਦੇਖੋ, ਇਸ ਰੂਪ ਦੀ ਵੀ ਮੌਤ ਹੋ ਜਾਣੀ ਹੈ, ਉਹ ਟਾਹਣੀ ਪੱਕੀ ਬਣ ਜਾਣੀ ਹੈ। ਠੀਕ ਹੈ ਜੀ। ਅੱਗੇ ਜਾ ਕੇ ਉਸ ਟਾਹਣੀ ਦਾ ਵੀ ਇੱਕ ਨਵਾਂ ਰੂਪ ਨਿਕਲਣਾ, ਪੱਤਾ, ਪੱਤੇ ਦੇ ਵਿੱਚੋਂ ਨਵਾਂ ਰੂਪ ਨਿਕਲਣਾ, ਫਲ, ਫਲ ਦੇ ਅੰਦਰ ਫਿਰ ਉਹ ਬੀਜ ਦਾ ਵੀ। ਇਸੇ ਤਰ੍ਹਾਂ ਜਿਹੜੀ ਸਾਡੀ ਜ਼ਿੰਦਗੀ ਦੀ ਬਣਤਰ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ, ਇੱਕ ਗੱਲ ਯਾਦ ਰੱਖਿਓ, ਕਰਮ ਕਾਂਡ ਤੋਂ ਉੱਪਰ ਉੱਠਣਾ ਹੈ ਨਾ, ਤਾਂ ਇਸ ਜ਼ਿੰਦਗੀ ਨੂੰ ਸਮਝਣਾ ਪਵੇਗਾ। ਜ਼ਿੰਦਗੀ ਵਿੱਚ ਸੁਭਾਅ ਵੀ ਹੈ। ਬਿਲਕੁਲ। ਸੋ ਜ਼ਿੰਦਗੀ ਦੇ ਵਿੱਚ ਉਹ ਸੁਭਾਅ ਜੋ ਹੈ ਕੀ ਰੋਲ ਪਲੇ ਕਰਦਾ, ਤੇ ਕਿਸ ਤਰੀਕੇ ਨਾਲ, ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਕਿ ਇੱਕ ਪਰਮਾਨੈਂਟ ਇਮੇਜ ਨਹੀਂ ਹੈਗੀ, ਇਹ ਚੇਂਜ ਹੋਈ ਜਾਂਦੀ ਹੈਗੀ ਹੈ। ਅਤੇ ਜਿਹੜਾ ਸਮਾਂ ਸਾਨੂੰ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਮਿਲਿਆ, ਉਸ ਨੂੰ ਕਿਵੇਂ ਅਸੀਂ ਬੈਟਰ ਕਰਨਾ ਹੈ, ਇਸ ਬਾਰੇ ਹੋਰ ਜਾਣਕਾਰੀ ਲੈਣ ਤੁਹਾਡੇ ਤੋਂ ਵਾਪਸ ਆ ਕੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ। Karen thought she won a gift card, but we had a much bigger surprise for her. We rise by lifting others. Basant Motors. ਸ਼ਾਈਨ ਫੈਮਿਲੀ ਡੈਂਟਲ ਕਲੀਨਿਕ ਡਾਕਟਰ ਸਤਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਤੁਹਾਡੇ ਦੰਦਾਂ ਦੀ ਸਹੀ ਕੇਅਰ ਕਰਦੇ ਹਨ। ਇਹਨਾਂ ਦੀ ਸੇਵਾਵਾਂ ਵਿੱਚ ਦੰਦਾਂ ਨੂੰ ਸਾਫ਼ ਕਰਨਾ, ਕਰਾਊਨਸ, ਬ੍ਰਿਜਸ, ਡੈਂਟਲ ਇੰਪਲਾਂਟਸ, ਰੂਟ ਕਨਾਲ, ਡੈਂਚਰਸ, ਬੌਂਡਿੰਗ ਅਤੇ ਵਨੀਰਸ, ਐਕਸਟ੍ਰੈਕਸ਼ਨਸ, ਬੋਨ ਗ੍ਰੈਫਟਿੰਗ ਆਦਿ ਸ਼ਾਮਲ ਹਨ। ਬੱਚਿਆਂ ਦੀ ਡੈਂਟਿਸਟਰੀ ਦੇ ਵੀ ਮਾਹਰ ਹਨ। ਇਹ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟਲੀ ਬਿੱਲ ਭੇਜਦੇ ਹਨ ਤੇ ਤੁਹਾਨੂੰ ਘੱਟ ਤੋਂ ਘੱਟ ਚਾਰਜ ਕਰਨ ਦਾ ਵਾਅਦਾ ਕਰਦੇ ਹਨ। ਫॉर ਸਪੈਸ਼ਲ ਸ਼ਾਈਨ ਐਂਡ ਸਮਾਈਲ 604 503 0320 ਤੇ ਕਾਲ ਕਰੋ। ਕਿੰਗ ਜਾਰਜ ਸੁਪਰ ਸਟੋਰ ਦੇ ਕੋਲ, ਯੂਨਿਟ 370, 7488 ਕਿੰਗ ਜਾਰਜ ਬੁਲੇਵਾਰਡ, ਸਰੀ। ਦਰਦ ਤੋਂ ਆਰਾਮ ਐਲੋਪੈਥਿਕ ਦਵਾਈਆਂ ਖਾਣ ਨਾਲ ਆ ਤਾਂ ਜਾਂਦਾ ਹੈ, ਪਰ ਇਸ ਦੇ ਸਾਈਡ ਇਫੈਕਟਸ ਵੀ ਹੁੰਦੇ ਹਨ। ਨੈਚੁਰਲ ਤਰੀਕੇ ਦੇ ਸਪਲੀਮੈਂਟਸ ਨਾਲ ਤੁਹਾਡੀ ਦਰਦ ਨੂੰ ਜੜੋਂ ਖਤਮ ਕਰਨ ਵਿੱਚ ਮਾਰਕਸ ਫਾਰਮੇਸੀ ਦੇ ਹਿੰਦੀ ਪੰਜਾਬੀ ਬੋਲਣ ਵਾਲੇ ਸਟਾਫ ਤੁਹਾਡੀ ਮਦਦ ਕਰ ਸਕਦੇ ਹਨ। ਇਹ ਆਪਣੇ ਪ੍ਰੋਡਕਟਸ ਕੈਨੇਡਾ ਦੇ ਹਰ ਹਿੱਸੇ ਵਿੱਚ ਵੀ ਭੇਜਦੇ ਹਨ। ਅਪਾਇੰਟਮੈਂਟ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 604 596 1774 ਜਾਂ ਫਿਰ ਵਿਜ਼ਿਟ ਕਰੋ 8035 120 ਸਟਰੀਟ ਡੈਲਟਾ। ਦਰਦ ਨੂੰ ਜੜੋਂ ਖਤਮ ਕਰੋ।
ਅੱਜ ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ 6045076666। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ। ਫਰਾਈਡੇ ਦੀ ਸ਼ਾਮ ਅਸੀਂ ਸਮਰਪਿਤ ਕੀਤੀ ਹੈ ਗੁਰਬਾਣੀ ਵਿਚਾਰ ਨੂੰ। ਤੇ ਲਾਸਟ ਵੀਕ ਜਦੋਂ ਅਸੀਂ ਗੱਲ ਕਰ ਰਹੇ ਸੀ ਤੇ ਨੁਸਰਤ ਹੁਸੈਨ ਸਾਹਿਬ ਨੇ ਗੱਲ ਕੀਤੀ ਸੀ, ਸਵਾਲ ਪੁੱਛਿਆ ਸੀ ਕਿ ਸਿੱਖੀਜ਼ਮ ਦੇ ਵਿੱਚ ਲਾਈਫ ਆਫਟਰ ਡੈਥ ਦਾ ਕੀ ਕਨਸੈਪਟ ਹੈਗਾ। ਉਸ ਨੂੰ ਮੁੱਖ ਰੱਖ ਕੇ ਅੱਜ ਰਾਮ ਸਿੰਘ ਚੇਲਾ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ। ਸੋ ਆਓ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਦੁਬਾਰਾ ਤੋਂ। ਤੇ ਜੋ ਗੱਲਬਾਤ ਚੱਲ ਰਹੀ ਸੀ ਬ੍ਰੇਕ ਤੋਂ ਪਹਿਲਾਂ ਕਿ ਜ਼ਿੰਦਗੀ ਦੇ ਜਿਹੜੇ ਵੱਖਰੇ ਸੁਭਾਅ ਨੇ ਉਹਨਾਂ ਨੂੰ ਕਿਵੇਂ ਅਸੀਂ ਸਮਝਣਾ ਹੈ, ਭਾਈ ਸਾਹਿਬ ਉੱਥੋਂ ਹੀ ਕੰਟੀਨਿਊ ਕਰਦੇ ਹਾਂ। ਹਾਂਜੀ ਵੀਰ ਜੀ, ਹੁਣ ਜਿਹੜਾ ਸੁਭਾਅ ਹੈ ਇਹਦੇ ਦੁਆਲੇ ਜ਼ਿੰਦਗੀ ਘੁੰਮਦੀ ਹੈ। ਜਿੱਥੇ ਮਰਜ਼ੀ ਚਲਾ ਜਾਵੇ ਉਹ ਸੁਭਾਅ ਨਾਲ ਜਾਏਗਾ। ਜ਼ਿੰਦਗੀ ਦੀਆਂ ਬਹੁਤ ਸਾਰੀਆਂ ਨਾਲ ਜਾਂਦੀਆਂ। ਸੁਭਾਅ ਹੈ ਕੀ, ਇਸ ਨੂੰ ਸਮਝੀਏ। 3 ਚੀਜ਼ਾਂ ਨੇ। ਨੰਬਰ 1 ਫੀਲਿੰਗਸ, ਕਿਸੇ ਚੀਜ਼ ਨੂੰ ਦੇਖ ਕੇ, ਕਿਸੇ ਬਾਰੇ ਸੁਣ ਕੇ ਪਰ ਇਹ ਕਿਸ ਤਰ੍ਹਾਂ ਦਾ ਮਹਿਸੂਸ ਕਰਨਾ। ਉਸ ਦੇ ਨਾਲ ਦੂਸਰੀ ਚੀਜ਼ ਹੈ ਆਈਡੀਓਲੋਜੀ, ਉਹਦੀ ਸੋਚ ਕੀ ਹੈ, ਉਹਦੀ ਵਿਚਾਰਧਾਰਾ ਕੀ ਹੈ। ਤੀਸਰਾ ਹੈ ਅੰਡਰਸਟੈਂਡਿੰਗ। ਇਹ ਜਿਹੜੀਆਂ 3 ਚੀਜ਼ਾਂ ਨੇ ਨਾ ਜੀ, ਇਹਦੇ ਨਾਲ ਸਾਡੇ ਪ੍ਰੈਜੈਂਟ ਦੇ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਮਰ ਜਾਂਦਾ ਹੈ। ਉਹਨੂੰ 2 ਕਿਸਮ ਦੇ ਨਾਲ ਦੇਖਣਾ ਅਸੀਂ। ਬਹੁਤ ਕੁਝ ਐਸਾ ਹੈ ਜਿਹੜਾ ਮਰਨਾ ਹੀ ਚਾਹੀਦਾ। ਮੇਰੇ ਸੁਭਾਅ ਵਿੱਚ ਕੌੜਾ ਬੋਲਣ ਦੀ ਕਮਜ਼ੋਰੀ ਹੈ। ਆਈ ਐਕਸੈਪਟਡ, ਮੈਂ ਉਸ ਨੂੰ ਐਕਸੈਪਟ ਕਰਦਾ। ਇਹ ਮਰਨਾ ਚਾਹੀਦਾ ਜੀ, ਠੀਕ ਹੈ ਜੀ। ਜੇ ਪਰਉਪਕਾਰ ਦੀ ਬਿਰਤੀ ਦਾ ਗੁਣ ਹੈ, ਇਹ ਮਰਨਾ ਨਹੀਂ ਚਾਹੀਦਾ। ਮੇਰਾ ਖਿਆਲ ਹੈ ਵੀ ਕਾਪੀ ਪੈਨ ਲੈ ਲਈਏ, ਐਸੀਆਂ ਚੀਜ਼ਾਂ ਆਪਣੀਆਂ ਦੇਖੀਏ। ਜਿਹੜਾ ਮਰਨਾ ਚਾਹੀਦਾ ਉਹਦਾ ਨਾਮ ਵੀਕਨੈਸ ਹੈ, ਵੀਕਨੈਸ। ਜੋ ਨਹੀਂ ਮਰਨਾ ਚਾਹੀਦਾ, ਠੀਕ ਹੈ, ਉਹਦਾ ਨਾਮ ਹੈ ਕੁਆਲਿਟੀਜ਼, ਗੁੱਡ ਕੁਆਲਿਟੀਜ਼। ਗੁੱਡ ਕੁਆਲਿਟੀਜ਼ ਮਰਨੀ ਨਹੀਂ ਚਾਹੀਦੀ। ਗੁਰਬਾਣੀ ਅੰਦਰ ਇੱਕ ਇਸ਼ਾਰਾ ਦਿੱਤਾ ਗਿਆ, ਇਸ ਮਰਨ ਤੋਂ ਬਾਅਦ, ਚੀਜ਼ ਮਰਨ ਤੋਂ ਬਾਅਦ ਤੇਰੇ ਨਾਲ ਜੋ ਵਾਪਰੇਗੀ ਉਸ ਨੂੰ ਸੀਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੀ। ਹੁਣ ਜੇ ਮੇਰੇ ਕੌੜੇਪਣ, ਬੋਲਾਂ ਦੀ ਕੁੜੱਤਣ ਮਰ ਜਾਵੇ ਤਾਂ ਇਸ ਮੌਤ ਤੋਂ ਬਾਅਦ, ਮੇਰੇ ਸੁਭਾਅ ਵਿੱਚੋਂ ਕੌੜੇ ਬੋਲਾਂ ਦੀ ਮੌਤ ਤੋਂ ਬਾਅਦ ਜੋ ਹੋਏਗਾ, ਉਸ ਜਦੋਂ ਨਜ਼ਾਰਾ ਸਿਰਜਿਆ ਜਾਂਦਾ ਨਾ, ਉਹਨੂੰ ਕਹਿੰਦੇ ਨੇ ਸਵਰਗ। that will be happened in future ਜੀ, not after death, ਇਸ ਡੈਥ ਤੋਂ ਬਾਅਦ। ਇਸੇ ਤਰ੍ਹਾਂ ਅੱਜ ਗੁਰੂ ਪਾਤਸ਼ਾਹ ਦੀ ਕਿਰਪਾ, ਸੰਗਤਾਂ ਦੀਆਂ ਅਸੀਸਾਂ, ਮੈਂ ਬੱਚਿਆਂ ਲਈ ਕਲਾਸਾਂ ਲਾਉਣ ਦੀ, ਹੋਰ ਵੀ ਜੋ ਹੈ ਉਹ ਸੇਵਾ ਕਰ ਰਹੇ ਹਾਂ। ਰੱਬ ਨਾ ਕਰੇ ਕਿਤੇ ਜਾ ਕੇ ਮੁਸ਼ਕਿਲਾਂ ਦੇ ਵਿੱਚ ਮਨ ਡੋਲ ਗਿਆ, ਕੋਈ ਕ੍ਰਿਟੀਕਲ ਸਿਚੁਏਸ਼ਨ ਆ ਗਈ, ਸੈਕਰੀਫਾਈਸ ਨਾ ਕਰ ਸਕਿਆ, ਮਨ ਡੋਲ ਗਿਆ, ਛੱਡ ਗਿਆ, ਤਾਂ ਮੇਰੇ ਅੰਦਰੋਂ ਉਹ ਸੇਵਾ ਕਰਨ ਦੀ ਭਾਵਨਾ ਦੀ ਮੌਤ ਹੋ ਗਈ। ਤੇ ਇਸ ਮੌਤ ਤੋਂ ਬਾਅਦ ਜੋ ਵਾਪਰਨਾ ਨਾ, ਉਹਨੂੰ ਜਦੋਂ ਪੇਸ਼ ਕੀਤਾ ਗਿਆ, ਉਹ ਜ਼ਿੰਦਗੀ ਦਾ ਨਰਕ ਹੈ। ਜ਼ਿੰਦਗੀ ਦਾ ਨਰਕ ਹੈ। ਤਾਂ ਇਹ ਜਿਹੜੀ ਮੌਤ ਦੇ ਕ੍ਰਿਸ਼ਮੇ, ਜੀਵਨ ਵਿੱਚ ਵਾਪਰਨ ਵਾਲੀ ਮੌਤ ਦੇ ਕ੍ਰਿਸ਼ਮੇ ਹੈ ਨਾ, ਉਹ ਹੈ ਤਾਂ ਪ੍ਰੈਜੈਂਟ ਵਰਤਾਰਿਆਂ ਦੇ ਵਿੱਚ, ਤੇ ਅਸੀਂ ਉਹਨੂੰ ਫਿਊਚਰ 'ਚ ਇਤਨਾ ਲੈ ਜਾਂਦੇ ਹਾਂ ਕਿ ਅਸੀਂ ਮੌਤ ਤੋਂ ਬਾਅਦ ਲੈ ਜਾਂਦੇ ਹਾਂ। ਗੁਰਬਾਣੀ ਅੰਦਰ ਤਕਰੀਬਨ 90% ਇਸ ਗੁਣਾਂ ਦੀ, ਚੰਗੇ ਕੰਮਾਂ ਦੀ, ਚੰਗੇ ਸੁਭਾਅ ਦੀ, ਚੰਗੀ ਸੋਚ ਦੀ, ਚੰਗੇ ਵਿਚਾਰਾਂ ਦੀ ਮੌਤ ਤੋਂ ਬਾਅਦ ਦੇ ਜ਼ਿਕਰ ਕੀਤੇ ਨੇ। ਮੈਂ ਇੱਕ ਸ਼ਬਦ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੀ। ਅੱਜ ਮੈਂ ਉਹ ਸ਼ਬਦ ਦੇਖ ਰਿਹਾ ਸੀ ਦਿਨੇ, ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1020 ਦੇ ਉੱਪਰ ਅੰਕਿਤ ਅਸ਼ਟਪਦੀ ਹੈ। ਮਾਰੂ ਰਾਗ ਦੇ ਵਿੱਚ, ਮਾਰੂ ਮਹੱਲਾ 5ਵਾਂ ਇਸ ਦਾ ਸਿਰਲੇਖ ਹੈ। ਇਸ ਵਿੱਚ ਇੱਕ ਸੀਨ ਪੇਸ਼ ਕਰਕੇ ਸਾਨੂੰ ਇਹ ਗੱਲ ਸਮਝਾਈ ਗਈ ਹੈ। ਇਹਦੇ 'ਚ ਸਪਸ਼ਟ ਇਸ਼ਾਰੇ ਨੇ ਕਿ ਉਹ ਪ੍ਰੈਜੈਂਟ ਹੈ। ਦੇਖੋ, ਜਿਹੜੀ ਗੁਰਬਾਣੀ ਅੰਦਰ ਵਰਤੀ ਗਈ ਗ੍ਰਾਮਰ ਸਾਨੂੰ ਦੱਸ ਦਿੰਦੀ ਹੈ ਕਿ ਇਹ ਪ੍ਰੈਜੈਂਟ ਦੀ ਗੱਲ ਹੈ। ਜਦੋਂ ਆਪਾਂ ਕਹਿੰਦੇ ਹਾਂ ਉਹ ਜਾ ਰਿਹਾ ਹੈ, ਤੇ ਪੰਜਾਬੀ 'ਚ ਸਾਨੂੰ ਪਤਾ ਲੱਗਦਾ ਹੈ ਦੇ ਅਰਥ ਹੈ ਪ੍ਰੈਜੈਂਟ ਹੈ। ਜੇ ਅਸੀਂ ਉਹਦੇ ਅਰਥ ਇਦਾਂ ਕਰੀ ਜਾਵਾਂਗੇ ਕਿ ਉਹ ਜਾਵੇਗਾ, ਤਾਂ ਇਟ ਮੀਨਸ ਸਾਨੂੰ ਉਹਦੀ ਰਮਜ਼ ਨਹੀਂ ਸਮਝੀ ਆਈ ਸ਼ਬਦਾਂ ਦੇ ਵਿੱਚ। ਮੈਂ ਇੱਕ ਹੋਰ ਐਗਜ਼ਾਮਪਲ ਦੇਵਾਂ। ਸ਼ਬਦ ਮੈਂ ਨਾਮ ਨਹੀਂ ਲਵਾਂਗਾ ਕਿਉਂਕਿ ਆਪਾਂ ਇੱਕ ਔਨ ਏਅਰ ਹਾਂ। ਇੱਕ ਸ਼ਹਿਰ ਦੇ ਵਿੱਚ ਇੱਕ ਦੁਕਾਨ ਦਾ ਨਾਮ, ਉਸ ਦੁਕਾਨ ਦੇ ਨਾਮ ਦੇ ਪਿਛਲਾ ਹਿੱਸਾ ਵੀ ਮੈਂ ਡੈਸ਼ ਡੈਸ਼ ਕਰਕੇ ਕਵਾਂ, ਕੁਝ ਵੀ ਹੋ ਸਕਦਾ ਹੈ, ਕਲੌਥ ਸਟੋਰ ਹੋ ਸਕਦਾ ਹੈ, ਕਿਰਾਣਾ ਸਟੋਰ ਹੋ ਸਕਦਾ ਹੈ। ਉਹ ਸੀ ਸੁਖਮਨੀ ਡੈਸ਼ ਡੈਸ਼ ਡੈਸ਼। ਹੁਣ ਨਾਮ ਤੇ ਕੋਈ ਇਤਰਾਜ਼ ਨਹੀਂ,
ਹੋ ਸਕਦਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੋਵੇ, ਉਹਨੂੰ ਸੁਖਮਨੀ ਸ਼ਬਦ ਬਹੁਤ ਚੰਗਾ ਲੱਗਦਾ ਹੋਵੇ, ਜੀ। ਤੇ ਉਹਨੇ ਸੁਖਮਨੀ ਰੱਖ ਲਿਆ, ਲੱਗਦਾ ਬਹੁਤ ਵਧੀਆ ਚੀਜ਼ ਹੈ। ਪਰ ਉਹਨੇ ਜਦੋਂ ਲਿਖਿਆ ਨਾ, ਪੰਜਾਬੀ 'ਚ ਲਿਖ ਦਿੱਤਾ ਸੁਖ, ਹੂੰ। ਤੇ ਮਨੀ ਨੂੰ ਪਤਾ ਕਿਵੇਂ ਲਿਖਿਆ? MONEY। ਅਰਥ ਪਲਟ ਗਏ ਨਾ। ਰਾਈਟ। ਦੇਖੋ, ਸ਼ਬਦ ਮਨੀ ਹੀ ਹੈ, ਯਾ। ਪਰ ਉਹਦੇ ਵਿਚਲੀ ਰਮਨ ਸਾਰੀ ਪੁੱਠੀ ਹੋ ਗਈ। ਹੂੰ। ਇਹ ਲਿਖਣ 'ਚ ਪੁੱਠੀ ਹੋ ਗਈ, ਸਮਝਣ 'ਚ ਵੀ ਪੁੱਠੀ ਹੁੰਦੀ ਹੈ ਸਾਡੇ ਅੰਦਰ, ਜਦੋਂ ਪੂਰੀ ਸਮਝ ਨਾ ਆਵੇ। ਤਾਂ ਹੁਣ ਸ਼ਬਦ ਦੇਖਿਓ ਕਿੰਨਾ ਕਮਾਲ ਦਾ। ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਬ੍ਰਿਕਸ਼ ਦੇ ਉੱਪਰ ਆ ਕੇ ਪੰਛੀ ਬੈਠਦੇ ਨੇ, ਕੁਛ ਕਦੀ ਆਵਾਜ਼ ਬੜੀ ਮਿੱਠੀ ਹੈ ਤੇ ਕੁਛ ਕਦੀ ਆਵਾਜ਼ ਖਰਬੀ ਹੈ। ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ-ਜਿਉਂ ਔਦ ਬਿਹਾਣੀਆਂ। ਦਿਨ ਛਿਪਦਾ ਏ, ਹੂੰ। ਉੱਥੋਂ ਉੱਠ ਕੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਜੀਵ ਜਿਹੜੇ ਨੇ, ਜਦੋਂ ਮੌਤ ਆਉਂਦੀ ਹੈ ਤੇ ਚਲੇ ਜਾਂਦੇ ਨੇ। ਠੀਕ। ਹੁਣ ਅੱਗੇ ਮਰਨ ਤੋਂ ਬਾਅਦ ਨਹੀਂ, ਹੁਣ ਜੋ ਪ੍ਰੈਜੈਂਟ ਜੀਵਨ ਵਿੱਚ ਕੀ ਹੋ ਰਿਹਾ ਹੈ, ਪਾਪ ਕਰੇਂਦਰ ਸਰ ਪਰ ਮੁੱਠੇ। ਜਦੋਂ ਉਹ ਪਾਪ ਜੋ ਨਹੀਂ ਕਰਨਾ ਚਾਹੀਦਾ, ਜੋ ਨਹੀਂ ਕਰਨਾ ਚਾਹੀਦਾ, ਉਹ ਜਦੋਂ ਕਰਦੇ ਨੇ ਨਾ, ਸਰ ਪਰ ਮੁੱਠੇ, ਇਹਦਾ ਮਤਲਬ ਉਹ ਅੰਦਰੋਂ ਲੁੱਟੇ ਜਾਂਦੇ ਨੇ, ਅੰਦਰੋਂ ਠੱਗੇ ਜਾਂਦੇ ਨੇ। ਹੁਣ ਕੀ ਲੱਗੇ ਜਾਂਦੇ ਨੇ? ਲੋਭ ਆ ਗਿਆ। ਰਾਈਟ। ਕੋਈ ਵੀ ਹੈ ਨਹੀਂ, ਅਗਰ ਮੇਰੇ ਅੰਦਰ ਲੋਭ ਆ ਗਿਆ ਤਾਂ ਮੈਂ ਸੇਵਾ ਛੱਡ ਦਿੱਤੀ, ਪਰਉਪਕਾਰ ਛੱਡ ਦਿੱਤਾ। ਜਦੋਂ ਲੋਭ ਵਿੱਚ ਆ ਕੇ ਪਰਉਪਕਾਰ ਛੱਡ ਦਿੱਤਾ, ਮੌਤ ਕਿਸ ਚੀਜ਼ ਦੀ ਹੋਈ? ਪਰਉਪਕਾਰ ਦੀ ਮੌਤ। ਰਾਈਟ। ਤੇ ਅੱਗੇ ਕੀ ਹੋ ਗਿਆ? ਅੱਗੇ ਤੈਨੂੰ ਲੋਭ ਰੂਪੀ ਜਮ ਨੇ ਠੱਗ ਲਿਆ। ਪ੍ਰੈਜ਼ੈਂਟ ਲਾਈਫ ਦੇ ਵਰਤਾਰੇ ਨੂੰ ਪੇਸ਼ ਕੀਤਾ ਗਿਆ ਹੈ। ਅਜ਼ਰਾਈਲ ਫੜੇ ਫੜਕ ਉੱਠੇ। ਅਜ਼ਰਾਈਲ ਇਸਲਾਮ ਮਤ ਅਨੁਸਾਰ ਇਜ਼ਰਾਈਲ ਮੌਤ ਦਾ ਫਰਿਸ਼ਤਾ ਹੈ। ਇਹਨੂੰ ਆਪਾਂ ਗੁਰਮਤ ਵਿੱਚ ਇਹ ਕਹੀਏ ਕਿ ਜਦੋਂ ਵੀ ਕਿਸੇ ਦੇ ਅੰਦਰ ਪਰਉਪਕਾਰ ਦੀ, ਸੇਵਾ ਦੀ, ਗੁਣ ਦੀ ਮੌਤ ਹੁੰਦੀ ਨਾ, ਤੇ ਉਹ ਜਿਹੜੀ ਮੌਤ ਹੁੰਦੀ ਹੈ, ਉਹਦੇ ਲਈ ਕੋਈ ਨਾ ਕੋਈ 5 ਵਿਕਾਰਾਂ ਵਿੱਚੋਂ ਇੱਕ ਵਿਕਾਰ ਆਉਂਦਾ ਹੈ। ਤੇ ਉਸ ਵਿਕਾਰ ਦੀ ਜਿਹੜੀ ਸਿਚੁਏਸ਼ਨ ਹੈ, ਉਹ ਸਿਚੁਏਸ਼ਨ ਇਜ਼ ਅ ਫਰਿਸ਼ਤਾ। ਉਹ ਸਿਚੁਏਸ਼ਨ ਵਾਪਰੀ, ਉਸ ਦੇ ਵਿੱਚ ਹੋ ਗਿਆ ਦੋਜ਼ਕ ਪਾਏ ਸਿਰਜਣਹਾਰਾ ਹੈ, ਲੇਖਾ ਮੰਗੈ ਬਾਣੀਆਂ। ਹੁਣ ਦੋਜ਼ਕ ਕੀ ਹੈ? ਇੱਥੇ ਗੁਰਮਤ ਅਨੁਸਾਰ ਦੋਜ਼ਕ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿੱਚ ਫੈਸਲੇ ਲੈਣੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਆਦਤ ਪੱਕ ਜਾਣੀ। ਇਹ ਜਿਹੜੀ ਆਦਤ ਪੱਕ ਜਾਣੀ ਨਾ, ਇਹ ਅੰਦਰ ਨਰਕ ਸਿਰਜਿਆ ਗਿਆ। ਲੇਖਾ ਮੰਗੈ ਬਾਣੀਆਂ। ਰਾਈਟ। ਮੰਗੈ, ਮੰਗਦਾ ਹੈ, ਮੰਗ ਰਿਹਾ ਹੈ। ਦੇਖੋ, ਆਖਰੀ 2 ਦਲਾਵਾਂ ਹੋ ਗਈਆਂ ਤੇ ਪ੍ਰੈਜ਼ੈਂਟ ਹੋ ਗਿਆ। ਲੇਖਾ ਮੰਗ ਰਿਹਾ ਹੈ। ਹੁਣ ਸੰਗ ਨਾ ਕੋਈ ਭਈਆ ਬੇਬਾ। ਹੁਣ ਤੇਰਾ ਕੋਈ ਭਰਾ, ਪੁੱਤਰ, ਪਤਨੀ ਇੱਥੇ ਤੇਰੀ ਮਦਦ ਨਹੀਂ ਕਰ ਸਕਦਾ। ਰਾਈਟ। ਇੱਥੇ ਆ ਕੇ ਕੋਈ ਮਦਦ ਨਹੀਂ। ਮਾਲ ਜੋਬਨ ਧਨ ਛੋੜ ਵਿਜੇਸਾ। ਜਿਹਦੇ ਪਿੱਛੇ ਤੂੰ ਕਰ ਰਹੇ ਆ, ਜਿਹੜੇ ਧਨ ਮਾਲ ਦੇ ਪਿੱਛੇ, ਇੱਥੇ ਛੱਡ ਜਾਣਾ। ਕਾਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉ ਕਹਾਣੀਆਂ। ਹੁਣ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕੌਤਕਾਂ ਨੂੰ ਇਹ ਮਨ ਸਮਝਦਾ ਨਹੀਂ, ਤੇ ਫਿਰ ਅੰਦਰੋਂ ਅੰਦਰੀ ਇਦਾਂ ਪੀੜਿਆ ਜਾਂਦਾ ਹੈ ਜਿਵੇਂ ਕਹਾਣੀ ਵਿੱਚੋਂ ਦੀ ਪੀੜਿਆ ਜਾਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਬੰਦਾ ਜ਼ਿੰਦਗੀ ਦੇ ਪਛਤਾਵਿਆਂ ਵਿੱਚ ਪੀੜਿਆ ਜਾਂਦਾ ਹੈ। ਰਿਗਰੈਟਸ ਵਿੱਚ ਹੀ ਸਮਾਂ ਕੱਢਦਾ। ਸਾਰੀ ਜ਼ਿੰਦਗੀ ਪੈਸੇ ਲਈ, ਪ੍ਰੋਪਰਟੀ ਲਈ ਕੀਤਾ, ਬੱਚਿਆਂ ਨੂੰ ਟਾਈਮ ਨਾ ਦੇ ਸਕਿਆ। ਰਾਈਟ। ਠੀਕ ਹੈ, ਤਾਂ ਕੀ ਮਰਿਆ? ਟਾਈਮ ਮੈਨੇਜਮੈਂਟ ਦਾ ਗੁਣ ਮਰ ਗਿਆ। ਇਸ ਮੌਤ ਤੋਂ ਬਾਅਦ ਜੋ ਹੁੰਦਾ ਹੈ ਨਾ, ਤੁਸੀਂ ਦੇਖੋ, ਉਹ ਇਹ ਸੋਚ ਕੇ ਨਾ ਵੀ ਦੂਜਿਆਂ ਦੇ ਬੱਚੇ ਤਾਂ ਗੁਰਬਾਣੀ ਨਾਲ ਜੁੜ ਗਏ, ਮੇਰਾ ਰਹਿ ਗਿਆ, ਉਹ ਅੰਦਰੋਂ ਅੰਦਰੀ ਪਿਸ ਕੇ ਪੀੜਾ ਕਹਾਣੀਆਂ। ਇੱਕ ਐਗਜ਼ਾਮਪਲ ਪੇਸ਼ ਕੀਤੀ ਗਈ, ਜਿਹੜੀ ਆਈਡੀਓਲੋਜੀ ਇਸਲਾਮ ਮਤ ਦੇ ਵਿੱਚ, ਜਿਹੜੀ ਆਈਡੀਓਲੋਜੀ ਹਿੰਦੂ ਮਤ ਦੇ ਵਿੱਚ ਸ਼ਬਦ ਵਰਤੇ ਗਏ ਸੀ, ਸ਼ਬਦ ਉਹੀ ਲਏ। ਗੁਰੂ ਪਾਤਸ਼ਾਹ ਨੇ ਪ੍ਰੈਜ਼ੈਂਟ ਲਾਈਫ ਦੇ ਵਿੱਚੋਂ ਉਹ ਚੀਜ਼ਾਂ ਦੱਸਣ ਵਾਸਤੇ, ਦੇਖੋ ਇੱਕ ਤਰੀਕਾ ਇਸ ਨੂੰ ਸਮਝਣਾ। ਮੈਂ ਫਿਰ ਦਰਸ਼ਕਾਂ ਨੂੰ ਬੇਨਤੀ ਕਰਦਾ, ਕਿਉਂਕਿ ਸੈਂਸਿਟਿਵ ਪੁਆਇੰਟ ਹੈ, ਮੇਰਾ ਕੋਈ ਵੀ ਸ਼ਬਦ ਫਾਈਨਲ ਵਰਜ਼ਨ ਨਹੀਂ ਹੈ। ਅਗਰ ਕੋਈ ਕਹਿੰਦਾ ਇਹ ਅਰਥ ਗਲਤ ਹੈ, ਮੈਂ ਐਕਸੈਪਟ ਕਰਦਾ, ਕਿਉਂਕਿ ਮੇਰੀ ਮਤ ਅਧੂਰੀ ਹੈ। ਰਾਈਟ। ਪਰ ਇੱਕ ਚੀਜ਼ ਜਿਹੜੀ ਹੈ, ਇਸ ਵਿੱਚੋਂ ਅਗਰ ਤੇ ਤੁਹਾਨੂੰ ਫਾਇਦਾ ਦਿਸਦਾ ਤਾਂ ਉਹਨੂੰ ਸਮਝ ਲੈਣਾ। ਠੀਕ ਹੈ ਜੀ। ਹੁਣ ਜਦੋਂ ਕੋਈ ਸਾਹਮਣੇ, ਇਹ ਜਿੰਨੇ ਵੀ ਬੁਲਾਰੇ ਨੇ ਉਹ ਜਾਣਦੇ ਨੇ ਕਿ ਤੁਹਾਡੇ ਸਾਹਮਣੇ ਜੋ ਸਰੋਤੇ ਹੋਣਗੇ ਨਾ, ਤੁਹਾਨੂੰ ਉਹਨਾਂ ਦੀ ਸਾਈਕੀ ਸਮਝ ਕੇ ਸ਼ਬਦ ਵਰਤਣੇ ਪੈਣਗੇ। ਇੱਕ ਐਗਜ਼ਾਮਪਲ ਦੇਵਾਂ, ਆਈਟੀ ਲਾਈਨ ਦੇ ਸਟੂਡੈਂਟ ਬੈਠੇ ਨੇ ਸਾਰੇ ਜੀ, ਸੌਖੀ ਸਮਝ ਆ ਜਾਊ ਜੇ ਕੰਪਿਊਟਰ ਦੀ ਐਗਜ਼ਾਮਪਲ ਹੋਏ। ਸੋ ਇਹ ਕੰਪਿਊਟਰ ਦੀ ਜਿਹੜੀ ਤੁਸੀਂ ਐਗਜ਼ਾਮਪਲ ਦੇਣ ਜਾ ਰਹੇ ਹੋ ਭਾਈ ਸਾਹਿਬ, ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਵਾਪਸ ਆਨੇ ਇੱਥੋਂ ਹੀ ਕੰਟੀਨਿਊ ਰੱਖਦੇ ਹਾਂ। ਪਰ ਹੁਣ ਤੱਕ ਜੇਕਰ ਜੋ ਕੁਝ ਤੁਸੀਂ ਕਿਹਾ ਉਸ ਨੂੰ ਸਮੇਟੀਏ ਤਾਂ ਇਹੀ ਹੈਗਾ ਹੈ ਕਿ ਗੁਰਬਾਣੀ ਫੋਕਸ ਕਰਦੀ ਹੈ ਪ੍ਰੈਜ਼ੈਂਟ ਦੇ ਉੱਤੇ, ਅਤੇ ਕੋਈ ਰਿਵਾਰਡਸ ਜਿਹੜੇ ਹੈਗੇ ਨੇ ਮਰਨ ਤੋਂ ਬਾਅਦ, ਉਹਦਾ ਕੋਈ ਲਾਲਚ ਨਹੀਂ ਦਿੱਤਾ ਗਿਆ ਕਿ ਜੇਕਰ ਤੁਸੀਂ
ਇਹ ਹੁਣ ਕਰੋਗੇ ਤੇ ਬਾਅਦ ਦੇ ਵਿੱਚ ਜਾ ਕੇ ਤੁਹਾਨੂੰ ਦਾ ਬੈਨੀਫਿਟ ਮਿਲੇਗਾ। ਜਿਹੜਾ ਤੁਸੀਂ ਕਹਿ ਰਹੇ ਹੋ ਜੀਵਨ ਮੁਕਤ ਦਾ ਕਨਸੈਪਟ ਹੈਗਾ ਕਿ ਹੁਣੇ ਹੀ ਜੇਕਰ ਅਸੀਂ ਵਿਕਾਰ ਆਪਣੇ ਖਤਮ ਕਰ ਲਾਂਗੇ ਤਾਂ ਅਸੀਂ ਸਵਰਗ ਵਿੱਚ ਹਾਂ, ਜੇਕਰ ਉਹਨਾਂ ਵਿਕਾਰਾਂ 'ਚ ਹੀ ਫਸਦੇ ਰਹਾਂਗੇ ਤਾਂ ਉਹ ਸਾਡੇ ਵਾਸਤੇ ਨਰਕ ਬਣ ਜਾਏਗਾ। ਇੱਥੋਂ ਹੀ ਅੱਗੇ ਡਿਸਕਸ਼ਨ ਨੂੰ ਕੰਟੀਨਿਊ ਰੱਖਦੇ ਹਾਂ ਕੁਛ ਹੀ ਪਲਾਂ ਤੱਕ ਵਾਪਸ ਆ ਕੇ। ਕੱਲ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ। ਖਾਲੀ ਘਰ ਅਨਇਨਵਾਈਟਿੰਗ ਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ, ਕਲਰ ਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ ਤਾਂ ਕਿ ਉਹ ਆਪਣੇ ਸਕਿੱਲਸ ਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 6046576612 ਜਾਂ ਫਿਰ ਇਹਨਾਂ ਦੀ ਵੈਬਸਾਈਟ anelegantTouch.ca ਤੇ ਜਾਓ। ਘਰ ਨੂੰ ਅੰਦਰੋਂ ਤਾਂ ਚੰਗੇ ਤਰੀਕੇ ਨਾਲ ਸੋਨਾ ਬਣਾ ਲਿਆ ਹੈ, ਪਰ ਬਾਹਰ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਚਿੰਤਤ ਹੋ ਤਾਂ ਆਓ ਪੈਸੀਫਿਕ ਆਰਟ ਸਟੋਨ ਤੇ, ਜਿੱਥੇ ਤੁਹਾਨੂੰ ਰੇਲ ਸਟੋਨ, ਮੈਨੂਫੈਕਚਰਡ ਸਟੋਨ ਵਿਨੀਅਰ, ਲਾਈਮਸਟੋਨ, ਗ੍ਰੇਨਾਈਟ, ਮਾਰਬਲ ਆਦਿ ਦੀ ਵਧੀਆ ਕਲੈਕਸ਼ਨ ਲੈਣ ਨੂੰ ਮਿਲੇਗੀ। 2006 ਤੋਂ ਇਹ ਹਾਈ ਕੁਆਲਿਟੀ ਦੇ ਪ੍ਰੋਡਕਟਸ ਤੇ ਵਧੀਆ ਕਸਟਮਰ ਸਰਵਿਸ ਲਈ ਮਸ਼ਹੂਰ ਹਨ। ਇਹ ਨੈਚੁਰਲ ਤੇ ਮੈਨੂਫੈਕਚਰਡ ਸਟੋਨ ਵਿਨੀਅਰ ਦੇ ਨਾਮਵਰ ਮੈਨੂਫੈਕਚਰ ਤੇ ਇੰਪੋਰਟਰ ਹਨ। ਐਕਸਟੀਰੀਅਰ ਫਲੋਰਿੰਗ, ਡੈਕਸ, ਪੌੜੀਆਂ ਦੀ ਵੀ ਕਲੈਕਸ਼ਨ ਰੱਖਦੇ ਹਨ। ਅੱਜ ਹੀ ਆਓ 8585 ਸਟਰੀਟ ਸਰੀ 6045905999। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ, ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਇਹ ਅਧਿਆਤਮਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਦਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਫਰਾਈਡੇ ਦੀ ਸ਼ਾਮ ਹੈ ਜੀ ਤੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਸ਼ਾਮ ਦੇ 7 ਵਜੇ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ। ਦੁਨੀਆ ਭਰ ਤੋਂ ਸਾਡੇ ਨਾਲ ਜਿਹੜੇ ਦਰਸ਼ਕ ਜੁੜ ਰਹੇ ਹੈਗੇ ਨੇ, ਖਾਸ ਤੌਰ ਤੇ ਆਸਟ੍ਰੇਲੀਆ ਤੋਂ ਬਹੁਤ ਸਾਰੇ ਸਾਨੂੰ ਮੈਸੇजेस ਆ ਰਹੇ ਨੇ। ਧੰਨਵਾਦ ਆ ਤੁਹਾਡੇ। ਖਾਸ ਤੌਰ ਦੇ ਉੱਤੇ ਇੰਡੀਆ ਤੋਂ ਵੀ ਬਹੁਤ ਸਾਰੇ ਲੋਕ ਜੁੜਦੇ ਨੇ ਤੇ ਮੈਸੇजेस ਵੀ ਭੇਜ ਕੇ ਦੱਸਦੇ ਨੇ ਕਿ ਕਿਸ ਤਰੀਕੇ ਦੇ ਟੌਪਿਕਸ ਉਹ ਸੁਣਨਾ ਚਾਹੁੰਦੇ ਨੇ। ਸੋ ਮੰਡੇ ਟੂ ਫਰਾਈਡੇ ਜਿਹੜਾ ਮੇਰਾ ਫੋਕਸ ਰਹਿੰਦਾ ਹੈ ਇਹੀ ਹੁੰਦਾ ਹੈ ਕਿ ਉਹਨਾਂ ਸ਼ਖਸੀਅਤਾਂ ਨਾਲ ਤੁਹਾਡੀ ਗੱਲਬਾਤ ਕਰਾਈ ਜਾਏ ਜਿਹੜੇ ਸਾਨੂੰ ਐਜੂਕੇਟ ਕਰ ਸਕਣ, ਇਨਫੋਰਮ ਕਰ ਸਕਣ ਤੇ ਅਸੀਂ ਇੰਪਾਰਟ ਹੋ ਸਕੀਏ। ਪਰ ਫਰਾਈਡੇ ਨੂੰ ਅਸੀਂ ਫੋਕਸ ਰੱਖਿਆ ਹੋਇਆ ਇਸ ਦੇ ਉੱਤੇ ਕਿ ਗੁਰਬਾਣੀ ਵਿੱਚ ਸਾਨੂੰ ਜੋ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਉਸ ਦੀ ਸਮਝ ਸਾਨੂੰ ਪੈ ਸਕੇ। ਅੱਜ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲਬਾਤ ਕਰ ਰਹੇ ਹਾਂ ਜਿਹੜਾ ਕਿ ਇੱਕ ਸਾਡੇ ਮਿੱਤਰ ਹੈਗੇ ਨੇ ਨੁਸਰਤ ਹੁਸੈਨ ਸਾਹਿਬ। ਉਹਨਾਂ ਨੇ ਲਾਸਟ ਵੀਕ ਜਦੋਂ ਇਹ ਪ੍ਰੋਗਰਾਮ ਚੱਲ ਰਿਹਾ ਸੀ ਸਾਨੂੰ ਲਿਖ ਕੇ ਭੇਜਿਆ ਕਿ ਸਿੱਖੀਜ਼ਮ ਦੇ ਵਿੱਚ ਲਾਈਫ ਆਫਟਰ ਡੈਥ ਦਾ ਕੀ ਕਨਸੈਪਟ ਹੈਗਾ। ਉਸ ਬਾਰੇ ਅੱਜ ਸਾਡੇ ਨਾਲ ਗੱਲਬਾਤ ਕਰਕੇ ਦੱਸ ਰਹੇ ਨੇ ਸਾਨੂੰ ਰਾਮ ਸਿੰਘ ਚਹਿਲਾ ਜੀ। ਤੁਹਾਡੇ ਕੋਲ ਵੀ ਕੋਈ ਸਵਾਲ ਹੋਏ, ਕੋਈ ਟੌਪਿਕ ਹੋਏ ਤਾਂ ਜ਼ਰੂਰ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਜਾਂ ਡਾਇਰੈਕਟਲੀ ਮੇਰੇ ਨਾਲ ਵੀ ਸੰਪਰਕ ਤੁਸੀਂ ਕਰ ਸਕਦੇ ਹੋ। ਸਕਰੀਨ ਦੇ ਉੱਤੇ ਨੰਬਰਸ ਦਿੱਤੇ ਗਏ ਨੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡੇ ਸਹਿਯੋਗੀ ਹਨ ਪ੍ਰੀਮੀਅਮ ਅਪਲਾਇੰਸਸ। ਨਵੇਂ ਅਤੇ ਪੁਰਾਣੇ ਅਪਲਾਇੰਸਸ ਲੈਣ ਦੀ ਸੋਚ ਰਹੇ ਹੋ ਤਾਂ ਫਿਰ ਸਟੋਵ ਲੈਣਾ ਹੈ, ਫ੍ਰਿਜ, ਵਾਸ਼ਰ, ਡਰਾਇਰ ਜਾਂ ਡਿਸ਼ ਵਾਸ਼ਰ ਤਾਂ ਫਿਰ ਯਾਦ ਰੱਖੋ ਪ੍ਰੀਮੀਅਮ ਅਪਲਾਇੰਸਸ ਨੂੰ। ਇਹਨਾਂ ਦੇ 3 ਬ੍ਰਾਂਚਸ ਨੇ ਸਰੀ, ਐਬਟਸਫੋਰਡ ਅਤੇ ਚਿਲਵੈਕ ਵਿੱਚ। ਸਪੈਸ਼ਲ ਪੈਕੇजेस ਨੇ ਬਿਲਡਰਸ ਵਾਸਤੇ ਅਤੇ ਹੋਮ ਓਨਰਸ ਲਈ। ਬਹੁਤ ਹੀ ਵਾਜਬ ਕੀਮਤਾਂ ਤੇ ਬਹੁਤ ਵਧੀਆ ਸਰਵਿਸ ਤੁਹਾਨੂੰ ਦੇਣਗੇ। ਇੱਕ ਵਾਰੀ ਅਜ਼ਮਾਓ। 6045904140 ਇਹਨਾਂ ਦਾ ਫੋਨ ਨੰਬਰ ਹੈ। ਸਾਡੇ ਦੂਸਰੇ ਸਹਿਯੋਗੀ ਹਨ ਅਮਨ ਟਾਈਲਸ। ਮਿਹਨਤੀ ਤੇ ਇਮਾਨਦਾਰ ਟਾਈਲ ਇੰਸਟਾਲਰ ਹਰ ਕਿਸਮ ਦੀ ਟਾਈਲਸ ਲਾਉਣ ਦੀ ਮਹਾਰਤ ਰੱਖਦੇ ਹਨ। ਨਵਾਂ ਘਰ ਬਣਾ ਰਹੇ ਹੋ ਜਾਂ ਫਿਰ ਰੈਨੋਵੇਟ ਕਰ ਰਹੇ ਹੋ ਤਾਂ ਫਿਰ ਕਾਲ ਕਰੋ ਮਿਸਟਰ ਅਮਨ ਨੂੰ 7783163510। ਉਸ ਦੇ ਨਾਲ ਹੀ ਐਕਮੀ ਗਲਾਸ ਵਾਲੇ ਸਾਡੇ ਅੱਜ ਦੇ ਸਹਿਯੋਗੀ ਹਨ। ਕਸਟਮ ਕਲੋਜ਼ਟਸ, ਫਰੇਮਲੈਸ ਗਲਾਸ ਰੇਲਿੰਗ, ਡਿਫਰੈਂਟ ਕਾਈਂਡ ਆਫ ਸ਼ਾਵਰ ਡੋਰਸ, ਮਿਰਰਸ ਜਾਂ ਅਦਰ ਗਲਾਸ ਵਰਕ ਕਰਵਾਉਣਾ ਹੈ ਤਾਂ ਫਿਰ ਐਕਮੀ ਗਲਾਸ ਦਾ ਜੋ ਆਫਿਸ ਹੈ 8335 129 ਸਟਰੀਟ ਸਰੀ, ਉੱਥੇ ਤੁਸੀਂ ਜਾ ਸਕਦੇ ਹੋ ਜਾਂ ਫਿਰ ਫੋਨ ਕਰ ਸਕਦੇ ਹੋ 6045438777। ਅੱਗੇ ਇਸ ਗੱਲਬਾਤ ਦੇ ਵਿੱਚ ਮੁੜ ਤੋਂ ਸ਼ਾਮਲ ਕਰਦੇ ਹਾਂ ਰਾਮ ਸਿੰਘ ਜੀ ਨੂੰ। ਤੇ ਜੋ ਗੱਲਬਾਤ ਚੱਲ ਰਹੀ ਹੈ ਬੜੀ ਹੀ ਇੱਕ ਇੰਪੋਰਟੈਂਟ ਹੈ। ਮਰਨ ਤੋਂ ਬਾਅਦ ਕੀ ਹੋਣਾ ਹੈ ਕੁਝ ਪਤਾ ਨਹੀਂ। ਗੁਰਬਾਣੀ ਇਸ ਬਾਰੇ ਸਾਨੂੰ ਕਹਿੰਦੀ ਹੈ ਕਿ ਹੁਣ ਜੋ ਸਮਾਂ ਇਸ ਨੂੰ ਸਵਾਰ ਲਈਏ ਤਾਂ ਕਿ ਬਾਅਦ ਦੇ ਵਿੱਚ ਜਿਹੜਾ ਹੈਗਾ ਸਮਾਂ ਉਹ ਤੁਹਾਡਾ ਬਿਹਤਰ ਹੋ ਸਕੇ। ਸਵਰਗ ਨਰਕ ਦਾ ਕਨਸੈਪਟ ਜਿਉਂਦੇ ਜਿਉ ਹੀ ਜੀਵਨ ਮੁਕਤ ਅਸੀਂ ਹੋ ਜਾਈਏ। ਭਾਈ ਸਾਹਿਬ ਬ੍ਰੇਕ ਤੋਂ ਪਹਿਲਾਂ ਤੁਸੀਂ ਐਗਜ਼ਾਮਪਲ ਦੇਣ ਲੱਗੇ ਸੀ, ਉੱਥੋਂ ਹੀ ਕੰਟੀਨਿਊ ਕਰਦੇ ਹਾਂ। ਹਾਂਜੀ ਵੀਰ ਜੀ, ਦੇਖੋ ਜਦੋਂ ਕੋਈ ਕਿਸੇ ਨੂੰ ਸਮਝਾਉਂਦਾ ਹੈ ਨੰਬਰ 1 ਤਾਂ ਉਹਦੇ ਕੋਲ ਆਪਣੀ ਇੱਕ ਆਈਡੀਓਲੋਜੀ ਹੁੰਦੀ ਹੈ ਜੀ, ਉਹਦੇ ਅੰਦਰ ਜਿਹੜੀ ਗੱਲ ਉਹ ਕਹਿਣ ਲੱਗਿਆ ਹੁੰਦਾ। ਦੂਸਰੀ ਗੱਲ, ਉਹ ਜਿਹਨੂੰ ਕਹਿਣ ਲੱਗਿਆ ਹੁੰਦਾ ਹੈ ਉਹਦੀ ਆਈਡੀਓਲੋਜੀ ਦੇ ਜਾਂ ਤਾਂ ਆਪੋਜਿਟ ਹੋਏਗੀ ਜਾਂ ਉਸ ਨੂੰ ਅਪਗ੍ਰੇਡ ਕਰਦੀ ਹੋਏਗੀ, ਉਸ ਦੇ ਵਿੱਚ ਇੰਪਰੂਵਮੈਂਟ ਲਿਆਉਂਦੀ ਹੋਏਗੀ। ਤੀਸਰਾ ਕਨਸੈਪਟ ਹੁੰਦਾ ਹੈ ਕਿ ਸਾਹਮਣੇ ਵਾਲਾ ਕਿਹੜੇ ਸ਼ਬਦਾਂ ਨੂੰ ਸੌਖਾ ਸਮਝ ਸਕਦਾ ਹੈ।
ਜਿਵੇਂ ਆਪਾਂ ਐਗਜ਼ਾਮਪਲ ਬ੍ਰੇਕ ਤੋਂ ਪਹਿਲਾਂ ਕਰ ਰਹੇ ਸੀ ਕਿ ਜੇ ਆਈਟੀ ਲਾਈਨ ਦੇ ਸਟੂਡੈਂਟ ਸਾਹਮਣੇ ਬੈਠੇ ਨੇ ਤਾਂ ਉਹਨਾਂ ਨੂੰ ਕੋਈ ਤੁਸੀਂ ਜ਼ਿੰਦਗੀ ਨਾਲ ਸੰਬੰਧਿਤ ਗੱਲ ਦੱਸਣੀ ਚਾਹੁੰਦੇ ਹੋ ਤਾਂ ਐਗਜ਼ਾਮਪਲ ਸੌਫਟਵੇਅਰ ਦੀਆਂ, ਹਾਰਡ ਡਰਾਈਵ ਦੀਆਂ, ਕੰਪਿਊਟਰ ਦੀਆਂ, ਆਈਟੀ ਲਾਈਨ ਦੇ ਵਿੱਚ ਵਰਤਾਰੇ ਦੀਆਂ ਜਿੰਨੀਆਂ ਐਗਜ਼ਾਮਪਲਸ ਦਿਓਗੇ ਉਹਨੂੰ ਬਹੁਤ ਸੌਖਾ ਸਮਝ ਆਣਗੇ। ਹੁਣ ਦੇਖਿਓ ਭਲਾ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਕੌਣ ਸਨ? ਜਾਂ ਤਾਂ ਇਸਲਾਮ ਮਤ ਵਾਲੇ ਸਨ, ਜਾਂ ਗੁਰੂ ਪਾਤਸ਼ਾਹ ਦੇ ਸਾਹਮਣੇ ਯੋਗ ਮਤ ਵਾਲੇ ਸਨ ਜੀ, ਤੇ ਜਾਂ ਫਿਰ ਹਿੰਦੂ ਮਤ ਵਾਲੇ ਸਨ। ਤੇ ਗੁਰੂ ਪਾਤਸ਼ਾਹ ਦੇ ਕੋਲੇ ਜਿਹੜੀ ਆਈਡੀਓਲੋਜੀ ਸੀ ਨਾ ਉਹ ਆਪਣੀ ਸੀ, ਫਿਲਾਸਫੀ ਆਪਣੀ ਸੀ। ਹੁਣ ਉਸ ਫਿਲਾਸਫੀ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਸ਼ਰਧਾ ਦੇ ਵਿੱਚ ਉਹ ਫਿਲਾਸਫੀ ਰੱਬ ਦੀ ਸੀ, ਉਹ ਰੱਬੀ ਬਾਣੀ ਸੀ, ਉਹ ਬ੍ਰਹਮ ਦਾ ਗਿਆਨ ਸੀ, ਉਹ ਜ਼ਿੰਦਗੀ ਨੂੰ ਸਵਾਰਨ ਵਾਲਾ, ਜ਼ਿੰਦਗੀ ਨੂੰ ਸ਼ਿੰਗਾਰਨ ਵਾਲਾ, ਜ਼ਿੰਦਗੀ ਨੂੰ ਉੱਚ ਬੁਲੰਦੀਆਂ ਤੇ ਪਹੁੰਚਾਉਣ ਵਾਲਾ, ਜ਼ਿੰਦਗੀ ਦੇ ਉੱਚੇ ਨਿਸ਼ਾਨੇ ਪੈਦਾ ਕਰਨ ਵਾਲਾ ਗੁਰੂ ਪਾਤਸ਼ਾਹ ਦੇ ਕੋਲ ਬਹੁਤ ਵੱਡਾ ਇੱਕ ਸੱਚੇ ਸੁੱਚੇ ਗਿਆਨ ਦਾ, ਰੱਬੀ ਗਿਆਨ ਦਾ ਇੱਕ ਖਜ਼ਾਨਾ ਸੀ। ਹੁਣ ਇਹ ਖਜ਼ਾਨਾ ਸਮਝਾਉਣਾ ਕਿਹਨਾਂ ਨੂੰ ਸੀ? ਜਿਹੜੇ ਸਾਹਮਣੇ ਇਸਲਾਮ ਮਤ ਪ੍ਰਤੀ ਸ਼ਰਧਾ ਰੱਖਣ ਵਾਲੇ, ਉਹਦੇ ਚ ਹਿੰਦੂ ਮਤ ਪ੍ਰਤੀ ਸ਼ਰਧਾ ਰੱਖਣ ਵਾਲੇ, ਯੋਗ ਮਤ ਪ੍ਰਤੀ ਸ਼ਰਧਾ ਰੱਖਣ ਵਾਲੇ। ਤੇ ਬਹੁਤ ਇਹ ਦੇਖੋ ਕਿਤਨੇ ਤਰੀਕੇ ਨਾਲ ਇਹ ਸ਼ਬਦ ਕਮਾਲ ਦੀ ਚੀਜ਼ ਵਰਤੀ ਗਈ ਕਿ ਸ਼ਬਦ ਲਏ ਗਏ ਹਿੰਦੂ ਮਤ ਵਾਲੇ ਜੀ, ਸ਼ਬਦ ਲਏ ਗਏ ਇਸਲਾਮ ਮਤ ਵਾਲੇ, ਸ਼ਬਦ ਲਏ ਗਏ ਯੋਗ ਮਤ ਵਾਲੇ। ਇੱਥੇ ਮੈਂ ਗੱਲ ਹੋਰ ਕਲੀਅਰ ਕਰਨੀ ਚਾਹਾਂਗਾ, ਕਿਸੇ ਵੀ ਧਾਰਮਿਕ ਗ੍ਰੰਥ ਦੇ ਅੰਦਰ ਦੂਸਰੇ ਮਤ ਦੇ ਸ਼ਬਦ ਨਹੀਂ ਵਰਤੇ ਗਏ। ਹਿੰਦੂ ਮਤ ਦੇ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਅੱਲਾ, ਖੁਦਾ ਸ਼ਬਦ ਨਹੀਂ ਵਰਤਿਆ ਗਿਆ, ਨਾ ਉਹਨਾਂ ਦੇ ਲੈਕਚਰ ਦੇ ਵਿੱਚ ਇਹ ਸ਼ਬਦ ਆਏਗਾ। ਇਸਲਾਮ ਮਤ ਵਾਲੇ ਵੀਰ ਕਿਤੇ ਵੀ ਰਾਮ, ਕ੍ਰਿਸ਼ਨ ਆਦਿਕ ਸ਼ਬਦ ਨਹੀਂ ਵਰਤਣਗੇ। ਔਰ ਕਿ ਜੇ ਅੱਜ ਦੇ ਹਾਲਾਤਾਂ ਵਿੱਚ ਕੋਈ ਮਸੀਤ ਵਿੱਚ ਜਾ ਕੇ ਰਾਮ ਰਾਮ ਕਰਦਾ ਹੈ ਨਾ ਤੇ ਸ਼ਾਇਦ ਇਸ ਨੂੰ ਕੰਟਰੋਵਰਸੀ ਸਮਝ ਲਿਆ ਜਾਵੇ। ਅਗਰ ਕੋਈ ਮੰਦਿਰ ਦੇ ਵਿੱਚ ਜਾ ਕੇ ਅੱਲਾ ਅੱਲਾ, ਖੁਦਾ ਖੁਦਾ ਕਰਦਾ ਹੈ ਤੇ ਸ਼ਾਇਦ ਉਹ ਕਹਿਣਗੇ ਪਤਾ ਨਹੀਂ ਸਾਨੂੰ ਬਦਲਣਾ ਆਇਆ। ਇਹ ਗੁਰੂ ਪਾਤਸ਼ਾਹ ਨੇ ਹਰ ਤਰ੍ਹਾਂ ਦਾ ਸ਼ਬਦ ਵਰਤਿਆ, ਫਿਲਾਸਫੀ ਉਹ ਦੇ ਕੇ ਜੀਵਨ ਨੂੰ ਸ਼ਿੰਗਾਰਨਾ, ਜੀਵਨ ਨੂੰ ਉੱਚ ਬੁਲੰਦੀਆਂ ਤੇ ਲਿਜਾਣਾ, ਜੀਵਨ ਦੇ ਜੋ ਮੇਨ ਮਕਸਦ ਸੀ, ਸੁਪਰ ਗੋਲ ਸਮਝਾਉਣ ਵਾਸਤੇ ਜਦੋਂ ਉਹ ਸ਼ਬਦਾਵਲੀ ਵਰਤੀ। ਅੱਜ ਜਦੋਂ ਅਸੀਂ ਉਸ ਸ਼ਬਦਾਵਲੀ ਨੂੰ ਉਸ ਆਈਡੀਓਲੋਜੀ ਵਿੱਚੋਂ ਸਮਝਦੇ ਹਾਂ ਨਾ, ਕਈ ਵਾਰੀ ਅਸੀਂ ਹੋਰ ਤਰ੍ਹਾਂ ਕਰਦੇ। ਮੈਂ ਫਿਰ ਦੁਹਰਾ ਦਿਆਂ, ਆਫਟਰ ਡੈਥ, ਪਰ ਕਿਸ ਚੀਜ਼ ਦੀ ਡੈਥ? ਇਹਨੂੰ ਕੁਐਸਚਨ ਸਾਹਮਣੇ ਰੱਖ ਲਓ। ਕੀ ਸਰੀਰ ਦੀ ਡੈਥ? ਜੇ ਸਰੀਰ ਦੀ ਡੈਥ ਤਾਂ ਇੱਕੋ ਵਾਰੀ ਹੋਏਗੀ, ਇੱਕੋ ਵਾਰੀ ਹੋਏਗੀ। ਉਸ ਤੋਂ ਪਹਿਲਾਂ ਕੋਈ ਡੈਥ ਹੈ ਕੀ ਉਹ ਸਮਝੀ ਜਾ ਸਕਦੀ ਹੈ? ਕੀ ਉਹਦਾ ਫਾਇਦਾ ਮਾਣਿਆ ਜਾ ਸਕਦਾ ਹੈ? ਤਾਂ ਉਸ ਦੇ ਉੱਪਰ ਚਰਚਾ ਜਦੋਂ ਕਰਾਂਗੇ ਨਾ ਫਿਰ ਪਤਾ ਲੱਗੇਗਾ। ਕਨਸੈਪਟ ਤੇ ਪ੍ਰੈਜ਼ੈਂਟ ਬੜੇ ਕਮਾਲ ਦੇ, ਉਹੀ ਸ਼ਬਦ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਉਹਨੂੰ ਹੋਰ ਅੱਗੇ ਵਧੀਏ ਕਿ ਉਹ ਕਰਨ ਕਰੀਮ ਨਾ ਜਾਤੋ ਕਰਤਾ। ਵਾਹਿਗੁਰੂ ਖੁਦਾ ਬਾਰੇ ਸਮਝਦਾ ਨਹੀਂ, ਤਿਲ ਪੀੜੇ ਜੋ ਕਹਾਣੀਆਂ, ਜਿਵੇਂ ਕਹਾਣੀ ਦੇ ਵਿੱਚ ਤਿਲ ਪੀੜਿਆ ਜਾਂਦਾ ਨਾ, ਇਦਾਂ ਇਹ ਖੁਦ ਪੀੜਿਆ ਜਾ ਰਿਹਾ ਹੈ। ਕਿਉਂ ਪੀੜਿਆ ਜਾ ਰਿਹਾ? ਇਹਦੇ ਅੰਦਰ ਕਿਉਂ ਗੁਣਾਂ ਦੀ ਮੌਤ ਹੁੰਦੀ ਹੈ, ਜਜ਼ਬਿਆਂ ਦੀ ਮੌਤ ਕਿਉਂ ਹੁੰਦੀ ਹੈ? ਕਿਉਂਕਿ ਬਿਰਤੀ ਕੀ ਬਣ ਗਈ? ਖੁਸ ਲੈਂਦਾ ਬਸਤ ਪਰਾਈ। ਖੁਸ ਕਿਸੇ ਦਾ ਹੱਕ ਮਾਰ ਕੇ, ਕਿਸੇ ਦਾ ਹੱਕ ਮਾਰ ਕੇ ਲੈਂਦਾ ਹੈ। ਸੱਚ ਜਾਣਿਓ, ਇੱਕ ਹਿੰਦੂ ਵੀਰ ਤਰੱਕੀਆਂ ਕਰੇ, ਹੱਕ ਹੈ, ਪਰ ਘੱਟੋ ਘੱਟ ਕਿਸੇ ਹਿੰਦੂ ਵੀਰ ਦਾ ਖੂਨ ਚੂਸ ਕੇ ਤਰੱਕੀਆਂ ਤਾਂ ਨਾ ਕਰੇ। ਵੈਸੇ ਤਾਂ ਇੱਕ ਇਨਸਾਨ ਤਰੱਕੀਆਂ ਕਰੇ, ਕਿਸੇ ਇਨਸਾਨ ਦਾ ਖੂਨ ਚੂਸ ਕੇ ਨਾ ਕਰੇ, ਪਰ ਘੱਟੋ ਘੱਟ ਇੱਕ ਹਿੰਦੂ ਦਾ ਤਾਂ ਨਾ ਚੂਸੇ। ਇੱਕ ਮੁਸਲਮਾਨ ਵੀਰ ਘੱਟੋ ਘੱਟ ਇੱਕ ਇਸਲਾਮਿਕ ਵੀਰ ਦਾ ਖੂਨ ਤਾਂ ਨਾ ਚੂਸੇ, ਇੱਕ ਸਿੱਖ ਘੱਟੋ ਘੱਟ ਸਿੱਖ ਦਾ ਖੂਨ ਤਾਂ ਨਾ ਚੂਸੇ। ਪਰ ਇਹ ਮਨ ਦੀ ਬਿਰਤੀ ਬਣ ਜਾਂਦੀ, ਖੁਸ਼ ਲੈਂਦਾ ਬਸਤ ਪਰਾਈ, ਵੇਖਿਆ ਸੁਣਿਆ ਤੇਰੇ ਨਾਲ ਖੁਦਾਈ। ਇਹਨੂੰ ਪਤਾ ਹੀ ਨਹੀਂ ਲੱਗਿਆ ਖੁਦਾਈ ਰੱਬ ਦੀ ਬਣਾਈ ਹੋਈ ਨਿਯਮਾਵਲੀ ਤੇਰੇ ਨਾਲ ਚੱਲਦੀ ਹੈ ਪਿਆਰਿਆ। ਰੱਬ ਖੁਦਾ ਆਪ ਨਾਲ ਹੈ। ਹੁਣ ਦੇਖੋ ਅੱਗੇ ਪ੍ਰੈਜ਼ੈਂਟ ਰੂਪ ਵਿੱਚ ਦਿਖਾਇਆ ਗਿਆ, ਦੁਨੀਆ ਲੱਭ ਪਿਆ ਖਾਤ ਅੰਦਰ। ਇਹ ਦੁਨੀਆ ਦੇ ਲੱਭ ਚਸਕਿਆਂ ਦੇ ਵਿੱਚ, ਚਸਕੇ ਸਵਾਦਾਂ ਦੀਆਂ ਆਦਤਾਂ ਵਿੱਚ ਇਹ ਟੋਏ ਵਿੱਚ ਪੈ ਗਿਆ, ਯਾਨੀ ਗਹਿਰੀ ਆਦਤ ਦੇ ਟੋਏ ਵਿੱਚ। ਅਗਲੀ ਗੱਲ ਨਾ ਜਾਣੀ ਆ, ਇਹਨੂੰ ਪਤਾ ਨਹੀਂ ਹੈ ਜੋ ਮੈਂ ਕਰ ਰਿਹਾ ਨਾ, ਅਗਲੀ ਭਾਵ ਇਹਦੇ ਵਿੱਚੋਂ ਜੋ ਨਿਕਲਣ ਵਾਲੀ ਹੈ ਫਿਊਚਰ ਵਿੱਚ। ਇਸ ਨੂੰ ਮੈਂ ਫਿਰ ਦੁਹਰਾ ਦਿਆਂ, ਅਸੀਂ ਇਸ ਨੂੰ ਮੌਤ ਤੋਂ ਬਾਅਦ ਦੀ ਕਿਉਂ ਜੋੜ ਰਹੇ ਹਾਂ? ਅਗਲੀ ਗੱਲ ਤਾਂ ਸਿੱਧਮ ਸਿੱਧੀ ਹੈ, ਐ ਪੁੱਤਰ ਐ ਧੀਏ, ਜੇ ਤੂੰ 9ਵੀਂ 10ਵੀਂ ਕਲਾਸ ਵਿੱਚ ਨਹੀਂ ਪੜ੍ਹ ਰਹੇ
ਤੇ ਅੱਗੇ ਜਾ ਕੇ ਤੇਰਾ ਬੁਰਾ ਹਾਲ ਹੋ ਜਾਣਾ, ਡਿਗਰੀ ਨਹੀਂ ਮਿਲਣੀ। ਹੁਣ ਅੱਗੇ ਜਾ ਕੇ ਡਿਗਰੀ ਨਹੀਂ ਮਿਲਣੀ, ਇਹਨੂੰ ਮੌਤ ਤੋਂ ਬਾਅਦ ਕਿਉਂ ਜੋੜਦੇ, ਇਹਨੂੰ ਯੂਨੀਵਰਸਿਟੀ ਨਾਲ ਕਿਉਂ ਨਹੀਂ ਜੋੜਦੇ, ਲਾਈਫ ਦੇ ਵਿੱਚ ਜਿਹੜਾ ਫਿਊਚਰ ਹੈ ਉਸ ਨਾਲ ਕਿਉਂ ਨਹੀਂ ਜੋੜ ਰਹੇ। ਬਿਲਕੁਲ। ਅੱਗੇ ਦੇਖੋ ਹੋਰ ਸਪਸ਼ਟ ਕਰ ਦਿੱਤਾ, ਜੰਮ ਜੰਮ ਮਰੈ ਮਰੈ ਫਿਰ ਜੰਮੈ। ਬਾਰ ਇਹ ਬਾਰ ਜਿਉਂ-ਜਿਉਂ ਇਹਦੇ ਅੰਦਰ ਮੌਤ ਹੁੰਦੀ ਹੈ ਨਾ ਤੇ ਨਵੀਂ ਚੀਜ਼ ਜੰਮਦੀ ਹੈ। ਦੁਨੀਆ ਕਹਿੰਦੀ ਤੂੰ ਉਹ ਨਹੀਂ ਰਿਹਾ, ਰਾਈਟ, ਉਹ ਨਹੀਂ ਰਿਹਾ। ਕਿਸੇ ਨੂੰ ਕਰਜ਼ਾ ਦੇ ਦਿਓ ਨਾ ਤੇ ਉਹ ਕਹਿੰਦੇ ਨੇ ਤੂੰ ਉਨੀ ਅੱਖੀ ਨਹੀਂ ਰਿਹਾ। ਹੁਣ ਅੱਖਾਂ ਤਾਂ ਉਹਦੇ ਆਹੀ ਨੇ, ਇਹਦਾ ਮਤਲਬ ਕੁਛ ਅੰਦਰੋਂ ਮਰ ਗਿਆ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਲੰਬੀ ਸਜ਼ਾ ਦੇ ਵਿੱਚ ਪੈ ਗਏ ਹੈ। ਇੱਥੇ ਮੈਂ ਇੱਕ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਮੈਂ ਫਿਰ ਦੁਹਰਾ ਦਿਆਂ, ਫਾਈਨਲ ਵਰਜ਼ਨ ਨਹੀਂ ਹੈ, ਪਰ ਕੋਸ਼ਿਸ਼ ਕਰੋ ਜਿੱਥੇ ਅੱਗੇ ਦੀ ਗੱਲ ਕੀਤੀ ਗਈ ਹੈ ਨਾ, ਉਹਨੂੰ ਮੌਤ ਤੋਂ ਪਹਿਲਾਂ ਪਹਿਲਾਂ ਜਿਹੜਾ ਫਿਊਚਰ ਹੈ ਨਾ ਉਹਦੇ ਨਾਲ ਜੋੜ ਕੇ ਤਾਂ ਦੇਖੋ, ਕਮਾਲ ਦੇ ਕਨਸੈਪਟ ਨਿਕਲਦੇ ਪਏ ਨੇ। ਬਿਲਕੁਲ। ਦੂਸਰੀ ਗੱਲ ਜਿਹੜੀ ਮੁਕਤੀ ਦੀ ਗੱਲ ਤੁਸੀਂ ਕਰਦੇ ਸੀ, ਮੈਂ ਰਹਿੰਦੇ ਮਿੰਟਾਂ ਵਿੱਚ ਉਸ ਕਨਸੈਪਟ ਨੂੰ ਸਮੇਟਣਾ ਚਾਹਾਂਗਾ। ਬੰਦਾ ਕਹਿੰਦਾ ਮੇਰੇ ਕੋਲ ਵੱਡਾ ਘਰ ਹੋਵੇ ਤੇ ਘਰ ਦੇ ਵੱਧ ਤੋਂ ਵੱਧ ਰੂਮ ਹੋਣ, ਐਮ ਆਈ ਰਾਈਟ? ਬਿਲਕੁਲ, ਇਹ ਬੰਦੇ ਦਾ ਸੁਪਨਾ ਯਾ ਕੋਈ ਮਾੜੀ ਗੱਲ ਨਹੀਂ। ਸਭ ਤੋਂ ਵੱਧ ਰੂਮ ਪਤਾ ਕਿੱਥੇ ਹੁੰਦੇ ਨੇ? ਸਭ ਤੋਂ ਵੱਧ ਰੂਮ ਜੇਲ੍ਹ ਦੇ ਵਿੱਚ। ਸਭ ਤੋਂ ਵੱਧ ਤੇ ਸਭ ਤੋਂ ਵੱਡਾ ਘਰ ਆ, ਸਭ ਤੋਂ ਵੱਡਾ ਘਰ ਹੈ ਤੇ ਸਭ ਤੋਂ ਵੱਡੀ ਫੈਂਸ ਹੈ, ਠੀਕ ਹੈ ਜੀ। ਪਰ ਉੱਥੇ ਕੀ ਹੈ, ਜਿਸ ਚੀਜ਼ ਤੋਂ ਬਾਹਰ ਆਉਣਾ ਚਾਹੁੰਦਾ ਹੈ, ਉੱਥੇ ਉਹਦੇ ਕੋਲ ਆਜ਼ਾਦੀ ਨਹੀਂ ਹੈ। ਉਹਦੇ ਕੋਲ ਆਜ਼ਾਦੀ ਨਹੀਂ ਹੈ। ਉਹ ਕਿਸੇ ਨਾ ਕਿਸੇ ਚੀਜ਼ 'ਚ ਜਕੜਿਆ ਗਿਆ। ਬਿਲਕੁਲ, ਆਪਣੀ ਮਰਜ਼ੀ ਨਾਲ ਖਾ ਨਹੀਂ ਸਕਦਾ, ਆਪਣੀ ਮਰਜ਼ੀ ਨਾਲ ਉੱਠ ਨਹੀਂ ਸਕਦਾ, ਹੈ ਨਾ। ਉਹਦੇ ਕੋਲੇ ਉਹ ਜਕੜਿਆ ਗਿਆ ਜੀ। ਤਾਂ ਸਭ ਤੋਂ ਵੱਡੀ ਕੈਦ ਹੈ ਆਪਣੀਆਂ ਆਦਤਾਂ ਵਿੱਚ ਹੀ ਜਕੜਿਆ ਗਿਆ। ਚਾਹੁੰਦਾ ਹੈ ਬਦਲਣਾ, ਪਰ ਅੰਦਰਲੀਆਂ ਆਦਤਾਂ ਵਿੱਚ ਹੀ ਜਕੜਿਆ ਗਿਆ। ਫਿਰ ਜੇ ਆਦਤਾਂ ਸਭ ਤੋਂ ਵੱਡੀ ਕੈਦ ਹੈ ਤੇ ਫਿਰ ਪਹਿਲਾਂ ਇਹਦੇ ਤੋਂ ਤਾਂ ਮੁਕਤ ਹੋਣਾ ਸਿੱਖ ਲੈ। ਬਿਲਕੁਲ, ਇਹਦੇ ਤੋਂ ਮੁਕਤ ਹੋਏਗਾ ਨਾ, ਫਿਰ ਜਿਹੜਾ ਜੀਵਨ ਮਿਲੇਗਾ ਨਾ, ਤੈਨੂੰ ਪਤਾ ਲੱਗੇਗਾ ਉਸ ਜੀਵਨ ਦੇ ਮੁਕਾਬਲੇ 'ਚ ਇਹ ਜਿਹੜਾ ਜੀਵਨ ਜਿਉਇਆ ਜਾ ਰਿਹਾ ਨਾ, ਸੱਚੀ ਇਹਦੇ ਤੋਂ ਮੁਕਤ ਹੋਣ ਦੀ ਲੋੜ ਹੈ। ਦੇਖੋ ਮੈਂ ਇੱਕ ਐਗਜ਼ਾਮਪਲ ਦੇਵਾਂ ਬੜੀ ਛੋਟੀ ਜੀ। ਰਾਈਟ। ਤੁਹਾਡੇ ਸਾਡੇ ਸਾਰਿਆਂ ਦੇ ਸ਼ਹਿਰ ਵਿੱਚ ਸਿਰਫ ਅੱਧੇ ਮਿੰਟ ਜੀ, ਸਾਡੇ ਸਾਰਿਆਂ ਦੇ ਸ਼ਹਿਰ ਵਿੱਚ ਤੁਹਾਨੂੰ ਬਹੁਤ ਐਸੇ ਪਿਆਰੇ ਮਿਲਣਗੇ ਜਿਹੜੇ ਕਹਿੰਦੇ ਯਾਰ ਬੱਚਿਆਂ ਨੂੰ ਟਾਈਮ ਤਾਂ ਦੇਣਾ ਚਾਹੁੰਦੇ ਆ, ਕੀ ਕਰੀਏ, ਪਰ ਟਾਈਮ ਨਿਕਲਦਾ ਨਹੀਂ। ਕਿੰਨੀ ਵੱਡੀ ਕੈਦ ਹੈ, ਕਿੰਨੀ ਵੱਡੀ ਕੈਦ ਹੈ। ਜਿੱਡੀ ਵੱਡੀ ਕੈਦ ਹੈ ਨਾ, ਓਡੀ ਬਾਉਂਡਰੀ ਪਾਰ ਕਰਨ ਵਾਸਤੇ ਯਤਨ ਵੱਡਾ ਹੋਣਾ ਚਾਹੀਦਾ ਹੈ। ਰਾਈਟ। ਇਸ ਲਈ ਜੀਵਨ ਮੁਕਤ, ਆਪਣੀਆਂ ਐਜ ਏ ਹਿਊਮਨ ਬੀਇੰਗ ਦੀਆਂ ਆਦਤਾਂ ਤੋਂ ਮੁਕਤ ਹੋ ਕੇ ਗੁਰਮੁਖ ਦੀਆਂ ਆਦਤਾਂ ਤੱਕ ਪਹੁੰਚਣਾ ਹੈ। ਐਜ ਏ ਹਿਊਮਨ ਬੀਇੰਗ ਨੂੰ ਕਿਹਾ ਮਾਨਸ ਤੇ ਗੁਰਮੁਖ ਨੂੰ ਕਿਹਾ ਦੇਵਤੇ। ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲੱਗ। ਇਤਨੀ ਕਿ ਮੈਨੂੰ ਸਮਝ ਆਈ ਹੈ, ਮੈਂ ਸ਼ੇਅਰ ਕਰ ਦਿੱਤੀ ਹੈ। ਵੰਡਰਫੁਲ ਜੀ, ਬਹੁਤ ਇਸ ਤੋਂ ਵਧੀਆ ਤਰੀਕੇ ਨਾਲ ਭਾਈ ਸਾਹਿਬ ਜੋ ਤੁਸੀਂ ਸਾਂਝ ਪਾਈ ਹੈਗੀ ਹੈ, ਕਿਉਂਕਿ ਜੀਵਨ ਮੁਕਤ ਦਾ ਕਨਸੈਪਟ ਜਿਹੜਾ ਹੈ, ਮੌਤ ਤਾਂ ਇੱਕੋ ਵਾਰ ਹੋਣੀ ਹੈ ਪਤਾ ਹੈ, ਉਸ ਤੋਂ ਬਾਅਦ ਦਾ ਗੁਰਬਾਣੀ ਦੇ ਵਿੱਚ ਜਿਹੜਾ ਸੰਕੇਤ ਕੋਈ ਨਹੀਂ, ਲੇਕਿਨ ਜਿਹੜਾ ਬਾਰ-ਬਾਰ ਅਸੀਂ ਮਰਦੇ ਹਾਂ, ਬਾਰ-ਬਾਰ ਅਸੀਂ ਆਪਣੇ ਵਿਕਾਰਾਂ 'ਚ ਫਸ ਜਾਂਦੇ ਹੈਗੇ ਹਾਂ, ਇਹਨਾਂ ਚੀਜ਼ਾਂ ਤੋਂ ਰਾਹਤ ਜਦੋਂ ਅਸੀਂ ਪਾਵਾਂਗੇ ਤਾਂ ਆਟੋਮੈਟਿਕਲੀ ਸਾਡਾ ਜੀਵਨ ਦਾ ਸਤਰ ਜਿਹੜਾ ਉਹ ਬੈਟਰ ਹੋਏਗਾ ਤੇ ਅਸੀਂ ਚੰਗੇ ਇਨਸਾਨ ਬਣ ਕੇ ਇਹ ਜਿਹੜਾ ਸਮਾਂ ਸਾਨੂੰ ਮਿਲਿਆ ਹੈ ਜ਼ਿੰਦਗੀ ਤੇ ਮੌਤ ਦੇ ਵਿਚਕਾਰ, ਇਸ ਨੂੰ ਕਾਮਯਾਬ ਕਰ ਸਕਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਫਰਾਈਡੇ ਦੀ ਸ਼ਾਮ ਨੂੰ ਅਗੇਨ ਅਸੀਂ ਕੰਟੀਨਿਊ ਰੱਖਾਂਗੇ ਆਪਣੀ ਗੱਲਬਾਤ। ਤੇ ਅਗੇਨ ਨੁਸਰਤ ਹੁਸੈਨ ਸਾਹਿਬ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਵਾਲ ਪੁੱਛਿਆ ਤਾਂ ਉਸ ਦਾ ਜਵਾਬ ਅੱਜ ਲੈ ਕੇ ਵਾਪਸ ਆਏ ਨੇ ਰਾਮ ਸਿੰਘ ਜੀ। ਇਸੇ ਤਰੀਕੇ ਨਾਲ ਜੇਕਰ ਤੁਸੀਂ ਵੀ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਜ਼ਰੂਰ ਗੁਰਗਿਆਨ TV ਵੀ ਭਾਈ ਸਾਹਿਬ ਚਲਾ ਰਹੇ ਹੈਗੇ ਨੇ, ਇਹਨਾਂ ਦੇ ਤੁਸੀਂ ਫੇਸਬੁੱਕ ਤੇ ਜਾ ਕੇ ਸਬਸਕ੍ਰਾਈਬ ਕਰੋ। ਉਸ ਦੇ ਨਾਲ ਹੀ ਦਾ ਹਰਪ੍ਰੀਤ ਸਿੰਘ ਸ਼ੋਅ ਜੋ ਤੁਸੀਂ ਦੇਖਦੇ ਹੋ ਹਰ ਰੋਜ਼ ਮੰਡੇ ਟੂ ਫਰਾਈਡੇ ਸ਼ਾਮ ਨੂੰ 7 ਵਜੇ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰੋ। ਕੋਈ ਤੁਹਾਡੇ ਕੋਲ ਟੌਪਿਕਸ ਹੋਣ ਜਾਂ ਤੁਸੀਂ ਆਪ ਆ ਕੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਜੀ ਇਹਨੂੰ ਸੰਪਰਕ ਕਰੋ, ਕਿਉਂਕਿ ਬਹੁਤ ਸਾਰੀ ਨੈਗੇਟਿਵਿਟੀ ਸਾਡੇ ਆਸ-ਪਾਸ ਹੈ, ਲੇਕਿਨ ਇਸ ਨੈਗੇਟਿਵਿਟੀ ਵਿੱਚੋਂ ਵੀ ਅਸੀਂ ਪੋਜ਼ਿਟਿਵ ਜ਼ਿੰਦਗੀ ਜੀ ਸਕਦੇ ਹਾਂ। ਪਰ ਉਸ ਵਾਸਤੇ ਸਾਨੂੰ ਆਪਣੀ ਸੋਚ ਬਦਲਣੀ ਪਏਗੀ ਤੇ ਆਧਾਰ ਸਾਡਾ ਜਿਹੜਾ ਹੈਗਾ ਜੀਵਨ ਦਾ ਸਾਂਝੀਵਾਲਤਾ ਦਾ ਮੈਸੇਜ ਜੋ ਸਾਨੂੰ ਮਿਲਿਆ ਕਿ ਆਓ ਰਲ ਮਿਲ ਕੇ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਈਏ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਇਸ ਹਿੱਸੇ ਦੀ ਸਮਾਪਤੀ ਕਰਦੇ ਹਾਂ ਜੀ। ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸੋ ਇਹ ਸਨ ਰਾਮ ਸਿੰਘ ਜੀ ਚਹਿਲਾਂ, ਜਿਨ੍ਹਾਂ ਨੇ ਕਿ ਅੱਜ ਸਾਡੇ ਨਾਲ ਸਾਂਝ ਪਾਈ ਕਿ ਕਨਸੈਪਟ ਆਫ ਲਾਈਫ ਆਫਟਰ ਡੈਥ ਜੋ ਹੈ ਸਿੱਖੀ ਦੇ ਵਿੱਚ ਕੀ ਹੈ। ਸੋ ਪ੍ਰੈਜ਼ੈਂਟ ਵਿੱਚ ਜੇਕਰ ਅਸੀਂ ਜੀਣਾ ਸਿੱਖ ਲਈਏ, ਆਪਣੇ ਵਿਕਾਰਾਂ ਦੇ ਉੱਤੇ ਕਾਬੂ ਪਾ ਲਈਏ ਤੇ ਇਹੀ ਸਾਡੀ ਕਾਮਯਾਬੀ ਹੈਗੀ ਹੈ। ਅੱਜ ਦਾ ਇਹ ਪ੍ਰੋਗਰਾਮ ਜੋ ਹੈ ਤੁਹਾਡੇ ਤੱਕ ਪਹੁੰਚਾਇਆ ਗਿਆ ਸੀ ਜੀ ਐਬਨੀ ਹੋਮਸ ਦੇ ਸਹਿਯੋਗ ਦੇ ਨਾਲ। ਜੇਕਰ ਤੁਸੀਂ ਇੰਟਰਸਟਡ ਹੋ ਘਰ ਨੂੰ ਰੈਨੋਵੇਟ ਕਰਨ ਲਈ ਜਾਂ ਨਵਾਂ ਘਰ ਬਣਾਉਣ ਲਈ ਸਰੀ, ਡੈਲਟਾ, ਰਿਚਮੰਡ, ਐਬਟਸਫੋਰਡ, ਵੈਨਕੂਵਰ ਵਿੱਚ, ਤੁਹਾਨੂੰ ਲੋੜ ਹੈ ਕਿ ਇਮਾਨਦਾਰ ਤੇ ਮਿਹਨਤੀ ਬਿਲਡਰ ਦੀ ਜੋ ਤੁਹਾਨੂੰ ਸਹੀ ਗਾਈਡ ਕਰ ਸਕੇ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਜੋ ਹੈ ਉਸਾਰ ਸਕੇ। ਹੋਰ ਜਾਣਕਾਰੀ ਲਈ ਕਾਲ ਕਰੋ 6048259295।
ਇੱਥੇ ਹੀ ਕਰਨਾ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਸਮਾਂ ਕੱਢ ਕੇ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹੋ ਤੇ ਆਪਣੇ ਵਿਚਾਰ ਦਿੰਦੇ ਹੋ। ਅਗੇਨ ਮੇਰੇ ਨਾਲ ਤੁਸੀਂ ਸਾਂਝ ਪਾਣੀ ਹੋਏ ਤਾਂ 6046037555 ਤੇ ਫੋਨ ਕਰ ਸਕਦੇ ਹੋ ਜਾਂ ਫਿਰ ਈਮੇਲ ਜ਼ਰੀਏ ਸੰਪਰਕ ਬਣਾ ਸਕਦੇ ਹੋ harpreetsingh@gmail.com। ਲੈਣਾ ਆ ਗਿਆ। ਮੰਡੇ ਸ਼ਾਮ ਨੂੰ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਫਿਰ ਸਾਂਝ ਪਾਵਾਂਗੇ। ਹੈਵ ਅ ਸੇਫ ਈਵਨਿੰਗ, ਇੰਜੋਏ ਦ ਵੀਕਐਂਡ। ਐਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼, ਪੋਰਸਲਨ ਜਾਂ ਸਿਰੈਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304 84 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604 330 7363 604 330 7363। ਕ੍ਰਿਮੀਨਲ ਲਾਅ ਵਿੱਚ ਅਸੌਲਟ ਤੇ ਘਰੇਲੂ ਹਿੰਸਾ ਚਾਰजेस ਬਾਰੇ ਸਹੀ ਸਲਾਹ ਲੈਣੀ ਹੈ ਤਾਂ ਯਾਦ ਰੱਖੋ ਹੈਮਿਲਟਨ ਲਾਅ ਗਰੁੱਪ। ਕੈਲੀ ਹੈਮਿਲਟਨ ਕੋਲ 20 ਤੋਂ ਵੱਧ ਸਾਲ ਦਾ ਤਜਰਬਾ ਹੈ। ਇਹ ਤੁਹਾਡੇ ਕੇਸ ਦੀ ਸਹੀ ਪੈਰਵਾਈ ਕਰਨਗੇ। ਘਰ ਖਰੀਦਣ ਤੇ ਵੇਚਣ ਦੀ ਵੀ ਇਹ ਕਨਵਿੰਸਿੰਗ ਕਰਦੇ ਹਨ ਤੇ ਨੋਟਰੀ ਜਿਹੇ ਚਾਰजेस ਲੈਂਦੇ ਹਨ। ਕੈਵਨ ਕੈਂਬਲ ਇਸ ਦੇ ਮਾਹਰ ਹਨ। ਰੀਅਲ ਸਟੇਟ ਅਤੇ ਡੋਮੈਸਟਿਕ ਵਾਇਲੈਂਸ ਕੇਸਾਂ ਬਾਰੇ ਮੈਨੂੰ ਕੰਟੈਕਟ ਕਰੋ। ਹੋਰ ਜਾਣਕਾਰੀ ਲਈ ਕਾਲ ਕਰੋ 604 229 2077। My name is Jeevan Bath, and I'd like to tell you why you should purchase your next vehicle from Suki Bath Motors. Suki Bath has been selling quality pre-owned vehicles for 37 years. All of our vehicles come with a certified inspection report, and history reports are available for all vehicles. All of our sales staff is fully licensed. We promise to give you the best customer service experience. Last but not least, we provide financing for everybody, regardless of your credit situation. Visit SukiBathMotors.com today. Karen thought she won a gift card, but we had a much bigger surprise for her. We rise by lifting others. Basant Motors. ਸ਼ਾਈਨ ਫੈਮਿਲੀ ਡੈਂਟਲ ਕਲੀਨਿਕ ਡਾਕਟਰ ਸਤਪ੍ਰੀਤ ਸਿੰਘ ਦੀ ਦੇਖਰੇਖ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਤੁਹਾਡੇ ਦੰਦਾਂ ਦੀ ਸਹੀ ਕੇਅਰ ਕਰਦੇ ਹਨ। ਇਹਨਾਂ ਦੀ ਸੇਵਾਵਾਂ ਵਿੱਚ ਦੰਦਾਂ ਨੂੰ ਸਾਫ਼ ਕਰਨਾ, ਕਰਾਊਨਸ, ਬ੍ਰਿਜਸ, ਡੈਂਟਲ ਇੰਪਲਾਂਟਸ, ਰੂਟ ਕਨਾਲ, ਡੈਂਚਰਸ, ਬੌਂਡਿੰਗ ਅਤੇ ਵਨੀਰਸ, ਐਕਸਟ੍ਰੈਕਸ਼ਨਸ, ਬੋਨ ਗ੍ਰੈਫਟਿੰਗ ਆਦਿ ਸ਼ਾਮਲ ਹਨ। ਬੱਚਿਆਂ ਦੀ ਡੈਂਟਿਸਟਰੀ ਦੇ ਵੀ ਮਾਹਰ ਹਨ। ਇਹ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟਲੀ ਬਿੱਲ ਭੇਜਦੇ ਹਨ ਤੇ ਤੁਹਾਨੂੰ ਘੱਟ ਤੋਂ ਘੱਟ ਚਾਰਜ ਕਰਨ ਦਾ ਵਾਅਦਾ ਕਰਦੇ ਹਨ। ਫॉर ਸਪੈਸ਼ਲ ਸ਼ਾਈਨ ਐਂਡ ਸਮਾਈਲ 604 503 0320 ਤੇ ਕਾਲ ਕਰੋ। ਕਿੰਗ ਜਾਰਜ ਸੁਪਰ ਸਟੋਰ ਦੇ ਕੋਲ, ਯੂਨਿਟ 370, 7488 ਕਿੰਗ ਜਾਰਜ ਬੁਲੇਵਾਰਡ, ਸਰੀ। ਦਰਦ